बंगला लाइव देख रहे सारे दर्शकों का स्वागत। मैं हमनी ਸਭ ਨੂੰ ਮੇਰੀ ਸਤਿ ਸ਼੍ਰੀ ਅਕਾਲ, ਨਮਸਕਾਰ ਐਂਡ ਗੁੱਡ ਈਵਨਿੰਗ। ਅੱਜ ਮੈਂ ਤੁਹਾਨੂੰ ਵੈਕਸੀਨੇਸ਼ਨ ਦੇ ਵਾਸਤੇ ਕੁਝ ਆਪਣੇ ਜ਼ਿਲ੍ਹੇ ਦੇ ਵਾਸੀਆਂ ਨੂੰ ਸੰਬੋਧਿਤ ਕਰਨਾ ਚਾਹੁੰਦੀ ਹਾਂ। ਪਿਛਲੇ ਲਗਭਗ 1 ਮਹੀਨੇ ਤੋਂ ਸਾਡਾ ਕੋਵਿਡ ਵੈਕਸੀਨੇਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਹੈ। ਇਹ ਜਿਹੜੀ ਅਸੀਂ ਲੋਕਾਂ ਨੂੰ ਵੈਕਸੀਨੇਸ਼ਨ ਕਰ ਰਹੇ ਹੈਗੇ ਆ, ਘਰ ਘਰ ਜਾ ਕੇ ਵੀ ਅਸੀਂ ਆਪਣੇ ਕੈਂਪ ਲਗਾਏ ਨੇ, ਟੀਕੇ ਲਗਵਾਏ ਨੇ। ਗਵਰਨਮੈਂਟ ਦੀਆਂ ਗਾਈਡਲਾਈਨਸ ਇਹ ਹੈਗੀਆਂ ਨੇ ਕਿ ਜਿਹੜੇ ਸਾਡੇ ਹਰ ਸ਼ਹਿਰੀ ਹੈ, ਇਲੈਕਸ਼ਨ ਤੋਂ ਪਹਿਲਾਂ ਸਾਡਾ ਹਰ ਵੋਟਰ ਜਿਹੜਾ ਹੈਗਾ ਆ ਪ੍ਰੋਪਰਲੀ ਵੈਕਸੀਨੇਟਿਡ ਹੋਣਾ ਚਾਹੀਦਾ ਹੈਗਾ ਆ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੀ ਇਸ ਨੂੰ ਰਿਵਿਊ ਕਰਦਾ ਹੈ ਅਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਤੁਹਾਨੂੰ ਡੇਲੀ ਰਿਵਿਊ ਕਰ ਰਹੀ ਹੈ। ਅਤੇ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਦੇ ਮੁਤਾਬਿਕ ਜਿਹੜੇ ਉਹਨਾਂ ਨੇ ਨੋਰਮ ਸੈੱਟ ਕੀਤੇ ਹੈਗੇ ਹੈ ਕਿ ਐਸ ਫॉर ਫਸਟ ਡੋਜ਼ ਜਿਹੜੀ ਹੈਗੀ ਹੈ ਉਹਨਾਂ ਨੇ 92% ਦਾ ਨੈਸ਼ਨਲ ਟਾਰਗੇਟ ਹੈਗਾ ਹੈ ਕਿ ਹਰ ਇੱਕ ਸਟੇਟ ਦਾ ਜਿਹੜਾ 92% ਆਫ ਦਾ ਪੋਪੂਲੇਸ਼ਨ ਜ਼ਰੂਰੀ ਹੈਗੀ ਹੈ ਵੈਕਸੀਨੇਟਿਡ ਹੋਣੀ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੈਕਿੰਡ ਡੋਜ਼ ਦਾ ਵੀ ਟਾਰਗੇਟ ਦਿੱਤਾ ਗਿਆ ਹੈਗਾ ਕਿ ਸੈਕਿੰਡ ਡੋਜ਼ 69% ਉਹਨਾਂ ਨੇ ਨੈਸ਼ਨਲ ਐਵਰੇਜ ਰੱਖੀ ਹੋਈ ਹੈ ਕਿ ਇਹ ਹੋਣੀ ਚਾਹੀਦੀ ਜਿਵੇਂ ਜਿਵੇਂ ਡਿਊ ਹੋ ਜਾਂਦੀ ਹੈਗੀ। ਅਤੇ ਤੁਸੀਂ ਵੀ ਬਹੁਤ ਦਿਨਾਂ ਤੋਂ ਦੇਖ ਰਹੇ ਹੈ, ਅਸੀਂ ਅਖਬਾਰਾਂ ਦੇ ਵਿੱਚ ਵੀ ਲੋਕਾਂ ਨੂੰ ਅਪੀਲ ਕਰ ਰਹੇ ਹੈਗੇ ਹਾਂ ਕਿ ਤੁਸੀਂ ਆ ਕੇ ਆਪਣੀ ਵੈਕਸੀਨੇਸ਼ਨ ਕਰਵਾਓ। ਦੇਖੋ ਇਹ ਜਿਹੜਾ ਕੰਮ ਹੈਗਾ ਇਸ ਲਈ ਮਹੱਤਵਪੂਰਨ ਹੈ ਕਿ ਤੁਸੀਂ ਪਿੱਛੇ ਦੇਖਿਆ ਹੈ ਕਿ ਜਦੋਂ ਕੋਵਿਡ ਦੀ ਸੈਕਿੰਡ ਵੇਵ ਆਈ ਸੀਗੀ ਉਦੋਂ ਸਾਨੂੰ ਕਾਫੀ ਨੁਕਸਾਨ ਦੇਖਣਾ ਪਿਆ। ਅਨਫੋਰਚੂਨੇਟਲੀ ਬਹੁਤ ਸਾਰੇ ਲੋਕਾਂ ਦੀ ਡੈਥ ਹੋ ਗਈ, ਕਈ ਪਰਿਵਾਰਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਤੇ ਇਸ ਕਰਕੇ ਸਰਕਾਰ ਨੇ ਇਸ ਨੂੰ ਪ੍ਰਾਇਓਰਟੀ 'ਤੇ ਲਿੱਤਾ ਹੋਇਆ। ਅਤੇ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਉਹ ਵੀ ਇਸ ਕਰਕੇ ਚਿੰਤਿਤ ਹੈ ਕਿ ਜਦੋਂ ਹੁਣ ਵੋਟਾਂ ਦਾ ਟਾਈਮ ਆ ਗਿਆ, ਇਲੈਕਸ਼ਨ ਅਨਾਊਂਸ ਹੋ ਗਏ ਨੇ ਅਤੇ ਤੁਹਾਨੂੰ ਪਤਾ ਹੈ ਕਿ 20 ਤਰੀਕ ਨੂੰ ਵੋਟ ਪੈਣੀ ਹੈਗੀ ਹੈ। ਅਤੇ ਜਦੋਂ ਅਸੀਂ ਬੂਥ ਦੇ ਉੱਤੇ ਜਾਂਦੇ ਹਾਂ ਅਤੇ ਉੱਥੇ ਭੀੜ ਹੁੰਦੀ ਹੈ। ਸਾਡੀ ਜਿਹੜੀ ਐਵਰੇਜ ਹੈਗੀ ਹੈ ਹਰ ਬੂਥ ਦੇ ਉੱਤੇ ਲਗਭਗ 907 ਦੀ ਐਵਰੇਜ ਹੈਗੀ ਹੈ। ਫਾਜ਼ਿਲਕਾ ਦੇ ਵਿੱਚ 907 ਵੋਟਰ ਹੈਗੇ ਨੇ ਅਤੇ ਜਿਹੜੇ ਸਾਡੇ ਕੋਲ 8 ਘੰਟੇ ਹੁੰਦੇ ਨੇ, 8 ਘੰਟਿਆਂ ਦਾ ਮਤਲਬ ਇਹ ਹੋ ਗਿਆ ਕਿ ਐਟਲੀਸਟ ਐਟ ਵਨ ਟਾਈਮ ਸਾਡੇ ਕੋਲ ਘੰਟੇ ਦੇ ਮੁਤਾਬਿਕ 100 ਬੰਦੇ ਉੱਥੇ ਆਉਣਗੇ। 100 ਬੰਦੇ ਤੇ ਵੋਟ ਪਾਉਣ ਆਉਣਗੇ। ਉਸ ਤੋਂ ਇਲਾਵਾ ਸਟਾਫ ਹੁੰਦਾ ਹੈ, ਤੁਸੀਂ ਹੋਰ ਲੋਕ ਹੁੰਦੇ ਨੇ ਉੱਥੇ 100 ਮੀਟਰ ਦੇ ਦੂਰ ਜਿਹੜੇ ਬੂਥ ਲੱਗੇ ਹੁੰਦੇ ਨੇ ਵਰਕਰਸ ਦੇ। ਸੋ ਕੁੱਲ ਮਿਲਾ ਕੇ ਐਟ ਏ ਟਾਈਮ ਇੱਕ ਪੁਆਇੰਟ ਦੇ ਉੱਤੇ 1200-1300 ਲੋਕਾਂ ਦਾ ਇਕੱਠ ਹੋਣ ਦੀ ਸੰਭਾਵਨਾ ਹੈ। ਅਤੇ ਫਿਰ ਇਸ ਨੂੰ ਦੇਖਦੇ ਹੋਏ ਸਾਨੂੰ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਪ੍ਰੋਪਰ ਕੋਵਿਡ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦੀ ਪਾਲਣਾ ਕਰੀਏ। ਇੱਕ ਤਾਂ ਸੋਸ਼ਲ ਡਿਸਟੈਂਸਿੰਗ ਕਰੀਏ, ਜੋ ਵੀ 3 ਗਜ਼ ਦੀ ਦੂਰੀ ਹੈ। ਔਰ ਇਸ ਤੋਂ ਇਲਾਵਾ ਇਹ ਹੈ ਕਿ ਇੰਨੇ ਲੋਕਾਂ ਨੇ ਜਦੋਂ ਇਕੱਠੇ ਹੋਣਾ ਅਤੇ ਇਲੈਕਸ਼ਨ ਕਮਿਸ਼ਨ ਦਾ ਸੁਭਾਵਿਕ ਹੈ ਕਿ ਉਹ ਚਿੰਤਿਤ ਹੈ ਆਪਣੇ ਵੋਟਰਸ ਵਾਸਤੇ। ਇਟ ਮੀਨਸ ਕਿ ਵੋਟਰਸ ਸਾਡੇ ਸਿਟੀਜ਼ਨ, ਸਰਕਾਰ ਉਹਨਾਂ ਦੀ ਸਿਹਤ ਵਾਸਤੇ ਬਹੁਤ ਚਾਹੁੰਦੀ ਹੈਗੀ ਹੈ ਕਿ ਸਾਡਾ ਕੋਈ ਵੀ ਵੋਟਰ ਬਿਮਾਰ ਨਾ ਪਵੇ ਤਾਂ ਕਿ ਉਹ ਵੋਟ ਵਾਲੇ ਦਿਨ ਜਾ ਕੇ ਆਪਣਾ ਪ੍ਰੋਪਰ ਅਧਿਕਾਰ ਯੂਜ਼ ਕਰ ਸਕੇ। ਪਰ ਤੁਸੀਂ ਵੀ ਦੇਖ ਰਹੇ ਹੈਗੇ ਹੋ ਕਿ ਕੀ ਟਰੈਂਡ ਹੈਗਾ ਕਿ ਸਾਡੀਆਂ ਟੀਮਸ ਡੇਲੀ ਮੇਰੀਆਂ ਜਿਹੜੀਆਂ ਹੈਗੇ ਨੇ ਪਿਛਲੇ 2 ਹਫ਼ਤੇ ਤੋਂ ਐਵਰੇਜ 136 ਟੀਮਾਂ ਅਸੀਂ ਜ਼ਿਲ੍ਹੇ ਦੇ ਵਿੱਚ ਲਗਾ ਰਹੇ ਹੈਗੇ ਹਾਂ, ਜਿਹੜੀਆਂ ਕਿ ਪਿੰਡ ਪਿੰਡ ਜਾਂਦੀਆਂ ਨੇ। ਪਿੰਡ ਜਾ ਕੇ ਸਾਡੇ ਐਟਲੀਸਟ ਐਟ ਟਾਈਮ ਜਦੋਂ ਸਾਡਾ ਇੱਕ ਕੈਂਪ ਲੱਗਦਾ ਹੈ ਅਤੇ ਤੁਸੀਂ ਸਮਝੋ ਕਿ ਸਾਡਾ ਕਿੰਨਾ ਅਮਲਾ ਉਹਦੇ ਵਿੱਚ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਸਾਡੇ SMO ਉਹਨਾਂ ਨੂੰ ਮੋਬਿਲਾਈਜ਼ ਕਰਦੇ ਨੇ। ਉਸ ਤੋਂ ਬਾਅਦ ਸਾਡੇ 2 ਇੱਕ ਆਸ਼ਾ ਵਰਕਰ ਹੁੰਦਾ ਪਿੰਡ ਦਾ, ਇੱਕ ਆਂਗਨਵਾੜੀ ਵਰਕਰ ਹੁੰਦਾ। ਉਸ ਤੋਂ ਬਾਅਦ ਸਾਡੇ ਜਿਹੜੇ 2 ਵੈਕਸੀਨੇਟਰਸ ਜਾਂਦੇ ਨੇ। ਉਸ ਤੋਂ ਬਾਅਦ ਸਾਡਾ ਇੱਕ ਡਾਟਾ ਐਂਟਰੀ ਆਪਰੇਟਰ ਹੈ ਜਿਹੜਾ 24 ਘੰਟੇ ਬੈਠ ਕੇ ਨਾਲ ਦੀ ਨਾਲ ਡਾਟੇ ਨੂੰ ਅਪਡੇਟ ਕਰਦਾ ਹੈਗਾ। ਇੱਕ ਬੰਦੇ ਨੂੰ ਵੈਕਸੀਨੇਸ਼ਨ ਕਰਨ ਵਾਸਤੇ ਸਾਡਾ 10 ਜਣਿਆਂ ਦਾ ਸਟਾਫ ਕੰਮ 'ਤੇ ਲੱਗਦਾ। ਅਤੇ ਤੁਸੀਂ ਇਹ ਸੋਚੋ ਕਿ ਸਰਕਾਰ ਕਿੰਨੀ ਜ਼ਿਆਦਾ ਸੀਰੀਅਸ ਹੈ, ਕਿੰਨਾ ਇਨਪੁਟ ਹੈਗਾ ਸਰਕਾਰ ਦਾ। ਪਰ ਇਹ ਬੜੀ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਇਸ ਤੋਂ ਬਾਵਜੂਦ ਵੀ ਕੈਂਪ ਤੱਕ ਜਦੋਂ ਅਸੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਵੀ ਜਾ ਰਹੇ ਹਾਂ, ਉਹਨਾਂ ਦੇ ਮੁਹੱਲਿਆਂ ਦੇ ਵਿੱਚ ਵੀ ਜਾ ਰਹੇ ਹਾਂ ਤਾਂ ਫਿਰ ਵੀ ਨਹੀਂ ਆ ਰਹੇ। ਆਈ ਥਿੰਕ ਕਿ ਕਿਤੇ ਇਹ ਟਰੈਂਡ ਬਣ ਗਿਆ ਹੈਗਾ ਕਿ ਕੋਈ ਗੱਲ ਨਹੀਂ ਅਸੀਂ ਲਗਾ ਲਾਂਗੇ, ਜਾਂ ਤਾਂ ਉਹ ਲਾਪਰਵਾਹ ਹੈਗੇ ਨੇ ਜਾਂ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਇਹ ਤਾਂ ਹੁਣ ਸਾਡੇ ਕੋਲ ਰੋਜ਼ ਹੀ ਆਉਣਗੇ। ਦੇਖੋ ਅਜਿਹਾ ਹੈ ਨਹੀਂ ਹੈ। ਇਲੈਕਸ਼ਨਾਂ ਦੇ ਟਾਈਮ ਦੇ ਉੱਤੇ ਸਾਡਾ ਟੀਚਾ ਹੈਗਾ ਕਿ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਟਾਈਮ ਬਾਉਂਡ ਕੀਤਾ ਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ ਤੁਹਾਡਾ ਟੋਟਲ ਟੀਕਾਕਰਨ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅਸੀਂ ਇਹ ਵੀ ਦੇਖ ਰਹੇ ਕਿ ਜਿਹਨਾਂ ਦੀ ਸੈਕਿੰਡ ਡੋਜ਼ ਡਿਊ ਹੈਗੀ ਹੈ ਉਹ ਲੋਕ ਵੀ ਸ਼ਾਇਦ ਲਾਪਰਵਾਹ ਹੋ ਗਏ ਨੇ, ਕਿਉਂਕਿ ਇਹ ਸ਼ਾਇਦ ਜੇ ਟਾਈਮ ਗੈਪ ਜਿਹੜਾ ਹੈਗਾ ਉਸ ਤੋਂ ਬਾਅਦ ਵੀ ਲਗਵਾ ਲਾਂਗੇ।
ਜੋ ਵੀ ਹੈਲਥ ਡਿਪਾਰਟਮੈਂਟ ਨੇ ਕੋਈ ਟਾਈਮ ਦਾ ਗੈਪ ਜਿਹਦਾ ਸੋਚ ਸਮਝ ਕੇ ਹੀ ਇੱਕ ਉਹਨਾਂ ਨੇ ਫਿਕਸ ਕੀਤਾ ਹੈਗਾ ਕਿ ਜਿਹੜੀ ਇਮਿਊਨਿਟੀ ਹੈਗੀ ਉਹਦਾ ਟਾਈਮ ਹੁੰਦਾ। ਸੋ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਕਾਈਂਡਲੀ ਤੁਸੀਂ ਸਾਡਾ ਸਾਥ ਦੇਵੋ, ਸਾਡੇ ਕੈਂਪਸ ਦੇ ਉੱਤੇ ਆਵੋ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੇ ਇੱਕ ਜਣੇ ਨੂੰ ਟੀਕਾ ਲਗਾਉਣ ਵਾਸਤੇ ਸਾਡਾ ਐਟ ਏ ਟਾਈਮ ਲਗਭਗ 10 ਬੰਦੇ ਮੋਬਿਲਾਈਜ਼ ਹੁੰਦੇ ਨੇ। ਠੀਕ ਹੈ, ਅਸੀਂ ਸਾਰੇ ਕੰਮ ਛੱਡ ਕੇ ਤੁਹਾਡੇ ਵਾਸਤੇ ਆ ਰਹੇ ਹੈਗੇ ਹਾਂ। ਅਸੀਂ ਇਲੈਕਸ਼ਨ ਵੀ ਨਾਲ ਕਰ ਰਹੇ ਹੈਗੇ ਹਾਂ, ਨਾਲ ਤੁਹਾਡੀ ਵੈਕਸੀਨੇਸ਼ਨ ਕਰ ਰਹੇ ਹਾਂ, ਨਾਲ ਲਾਅ ਐਂਡ ਆਰਡਰ ਦੀ ਵੀ ਪ੍ਰੋਬਲਮ ਦੇਖ ਰਹੇ ਹੈਗੇ ਹਾਂ। ਤੇ ਤੁਹਾਡਾ ਵੀ ਇੱਕ ਜ਼ਿੰਮੇਦਾਰ ਸ਼ਹਿਰੀ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਤੁਸੀਂ ਆ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਵੋ। ਜੀ ਮੈਡਮ, ਹੁਣ ਤੱਕ ਦੀ ਗੱਲ ਇਸ ਤੋਂ ਇਲਾਵਾ ਇੱਕ ਕਿਤੇ ਵੀ ਹੈਗੀ ਅਫਵਾਹ ਦੇਖਣ ਨੂੰ ਹੈ, ਜਾਂ ਬਹੁਤ ਲੋਕਾਂ ਨੂੰ ਇਹ ਡਾਊਟ ਰਹਿੰਦਾ ਹੈ ਕਿ ਸ਼ਾਇਦ ਇਹੋ ਜਿਹੜੇ ਟੀਕੇ ਲਗਾਏ ਜਾ ਰਹੇ ਨੇ ਸਾਡੀ ਸਿਹਤ ਖਰਾਬ ਹੋ ਜਾਏਗੀ, ਜਾਂ ਕੁਝ ਲੋਕ ਇਹ ਕਹਿੰਦੇ ਨੇ ਕਿ ਅਸੀਂ ਪ੍ਰੈਗਨੈਂਟ ਲੇਡੀਜ਼ ਨੂੰ ਨਹੀਂ ਲਗਾਉਣਾ। ਜੇ ਕਿਤੇ ਕਿਸੇ ਨੂੰ ਇਹੋ ਜਿਹੀ ਦਿੱਕਤ ਲੱਗਦੀ ਹੈਗੀ ਕਿ ਸਾਨੂੰ ਕੁਝ ਦਿੱਕਤ ਆ ਸਕਦੀ, ਕੋਈ ਬਿਮਾਰ ਹੈ, ਕਿਸੇ ਦੀ ਹਿਸਟਰੀ ਹੈ, ਤੇ ਉਹ ਆਪਣੇ ਡਾਕਟਰ ਦੇ ਨਾਲ ਸਲਾਹ ਕਰ ਸਕਦਾ ਹੈ। ਪਰੰਤੂ ਹੁਣ ਤੱਕ ਦੀ ਜਿਹੜੀ ਸਾਡੀ ਬੈਕਗਰਾਉਂਡ ਹੈ ਜਾਂ ਸਾਡਾ ਹੈਲਥ ਡਿਪਾਰਟਮੈਂਟ ਸਾਨੂੰ ਗਾਈਡ ਕਰਦਾ ਹੈ, ਸਾਨੂੰ ਉੱਥੋਂ ਗਾਈਡਲਾਈਨਸ ਇਹੋ ਆਉਂਦੀਆਂ ਨੇ ਕਿ ਤੁਸੀਂ ਵੀ ਲਗਵਾਇਆ ਹੋਏਗਾ ਟੀਕਾ, ਤੇ ਅਸੀਂ ਵੀ ਸਭ ਨੇ ਲਗਵਾਇਆ ਹੈਗਾ। ਮੇਰੇ ਖਿਆਲ ਦੇ ਜਦੋਂ ਗਵਰਨਮੈਂਟ ਆਫ ਇੰਡੀਆ ਨੇ ਇਹਨੂੰ ਅਪਰੂਵ ਕੀਤਾ ਹੈਗਾ ਤੇ ਸਾਰੇ ਮਾਨਕਾਂ ਨੂੰ ਤੈਅ ਕਰਨ ਤੋਂ ਬਾਅਦ ਹੀ, ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਹੀ ਇਹ ਡੋਜ਼ ਨੂੰ ਜਿਹੜਾ ਹੈ ਲਗਾਇਆ ਜਾ ਰਿਹਾ ਹੈਗਾ। ਇਹਦੇ ਵਿੱਚ ਜਿਹੜੇ ਉਹਨਾਂ ਦੇ ਵਹਿਮ ਹੈਗੇ ਨੇ ਉਹਨਾਂ ਨੂੰ ਆਪਣੇ ਦੂਰ ਕਰ ਲੈਣੇ ਚਾਹੀਦੇ ਨੇ। ਜੇ ਕਿਤੇ ਡਾਊਟ ਆਉਂਦਾ ਹੈ ਤੇ ਆਪਣੇ ਡਾਕਟਰਸ ਤੋਂ ਪੁੱਛ ਸਕਦੇ ਨੇ। ਸਾਡੇ ਸਿਵਲ ਸਰਜਨ ਸਾਹਿਬ, ਸਾਡੇ ਐਸਐਮਓ ਸਾਹਿਬ ਹਮੇਸ਼ਾ ਅਵੇਲੇਬਲ ਨੇ ਉਹਨਾਂ ਨੂੰ। ਤੇ ਅੱਜ ਦੀ ਡੇਟ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਜੋ ਅੱਜ ਦਾ ਡਾਟਾ ਹੈਗਾ ਹੁਣ ਤੱਕ ਦਾ, ਅੱਜ ਮੈਂ ਸਵੇਰ ਤੋਂ ਸਾਰਾ ਦਿਨ ਪਿੰਡਾਂ ਵਿੱਚ ਗਈ ਹੋਈ ਸੀਗੀ, ਤੇ ਹੁਣ ਵੀ ਮੈਨੂੰ ਬੜੇ ਖੇਤ ਨਾਲ ਕਹਿਣਾ ਪੈ ਰਿਹਾ ਹੈਗਾ ਕਿ ਮੇਰੀਆਂ ਟੀਮਾਂ ਬੈਠੀਆਂ ਨੇ, ਸ਼ਾਮ ਤੱਕ ਬੈਠੀਆਂ ਰਹਿੰਦੀਆਂ ਨੇ, ਲੋਕ ਆਉਂਦੇ ਨਹੀਂ, ਆਪਣੀ ਮਰਜ਼ੀ ਦੇ ਨਾਲ ਆਉਂਦੇ ਨੇ। ਸਾਡੇ ਕੋਲ ਖੁੱਲ੍ਹਾ ਟਾਈਮ ਨਹੀਂ ਹੁੰਦਾ। ਅਸੀਂ ਕੋਵਿਡ ਦੀਆਂ ਵੈਕਸੀਨੇਸ਼ਨ ਤੋਂ ਇਲਾਵਾ ਜਿਹੜੀਆਂ ਤੁਹਾਡੀਆਂ ਹੋਰ ਸਹੂਲਤਾਂ ਨੇ ਹਸਪੀਟਲਸ ਦੇ ਵਿੱਚ, ਉਹ ਵੀ ਕਿਤੇ ਨਾ ਕਿਤੇ ਅਫੈਕਟਡ ਹੋ ਰਹੀਆਂ ਨੇ ਇਸ ਵਜ੍ਹਾ ਦੇ ਨਾਲ, ਕਿਉਂਕਿ ਸਾਰੇ ਡਾਕਟਰ ਇਸ ਫੀਲਡ ਦੇ ਵਿੱਚ ਗਏ ਹੋਏ ਨੇ, ਅਸੀਂ ਵੀ ਇਸੇ ਕੰਮ ਤੇ ਲੱਗੇ ਹੋਏ ਹਾਂ, ਸਾਡੇ ਵੈਕਸੀਨੇਟਰ ਤੇ ਸਾਡਾ ਸਟਾਫ ਵੀ ਉੱਥੇ ਗਿਆ ਹੋਇਆ। ਉਹਦੇ ਨਾਲ ਤੁਹਾਨੂੰ ਹੀ ਕਿਤੇ ਨਾ ਕਿਤੇ ਜਾ ਕੇ ਤਕਲੀਫ ਹੁੰਦੀ ਹੈ। ਤੇ ਅੱਜ ਦੀ ਡੇਟ ਦਾ ਮੈਂ ਤੁਹਾਨੂੰ ਡਾਟਾ ਦੱਸਣਾ ਚਾਹੁੰਦੀ ਹਾਂ ਕਿ ਫਾਜ਼ਿਲਕਾ ਦੇ ਵਿੱਚ ਜਿਹੜੀ ਹੈਗੀ ਸਾਡੀ ਐਸਟੀਮੇਟਡ ਪੋਪੂਲੇਸ਼ਨ, ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਸੈਂਸਸ ਮੁਤਾਬਿਕ ਸਾਨੂੰ ਦਿੱਤਾ ਹੈਗਾ, 11 ਦੇ ਸੈਂਸਸ ਦੇ ਮੁਤਾਬਿਕ ਜਿਹੜੀ ਪੋਪੂਲੇਸ਼ਨ ਸੀਗੀ ਸਾਡੇ ਕੋਲ 10,68,000 ਦੀ ਪੋਪੂਲੇਸ਼ਨ ਸੀ, ਜੋ ਉਹਨਾਂ ਦਾ ਫਾਰਮੂਲਾ ਹੈਗਾ ਹੈ ਵੀ ਸੈਂਸਸ ਦਾ 10 ਸਾਲ ਦਾ। ਉਸ ਤੋਂ ਬਾਅਦ ਹੁਣ ਜਿਹੜਾ ਸਾਡਾ ਟਾਰਗੇਟਡ ਪੋਪੂਲੇਸ਼ਨ ਹੈਗੀ ਹੈ ਉਹ ਫਾਜ਼ਿਲਕਾ ਜ਼ਿਲ੍ਹੇ ਦੀ ਲਗਭਗ 12.5 ਲੱਖ ਬਣਦੀ ਹੈਗੀ ਹੈ, ਕਿਉਂਕਿ ਇਹ ਹੁਣ ਜਿਹੜੀ ਡੋਜ਼ ਹੈਗੀ ਪਹਿਲਾਂ 18 ਤੋਂ ਉੱਪਰ ਲੱਗ ਰਹੀ ਸੀਗੀ ਤੇ ਹੁਣ 15 ਤੋਂ ਲੈ ਕੇ 18 ਵੀ ਲੱਗ ਰਹੀ ਹੈ। ਤੇ ਹੁਣ ਸਾਡੀ 18 ਤੋਂ ਉੱਪਰ ਜਿਹੜੀ ਪੋਪੂਲੇਸ਼ਨ ਇਸ ਵੇਲੇ ਟਾਰਗੇਟ ਹੈਗਾ ਆ 8,71,820 ਲੋਕ ਨੇ ਜਿਨ੍ਹਾਂ ਨੂੰ ਟੀਕਾ ਲੱਗਣਾ ਸੀਗਾ। ਤੇ ਹੁਣ ਸ਼ਾਮ ਤੱਕ ਦੀ ਜਿਹੜੀ ਮੇਰੀ ਫਿਗਰ ਹੈਗੀ ਹੈ ਅਬਾਊਟ ਜਿਹੜੀ ਹੈਗੀ ਹੈ, ਹਾਲੇ ਤੱਕ ਦੀ ਹੈ, ਮੈਂ ਸ਼ਾਮ ਨੂੰ ਦੇਖੀ ਸੀਗੀ, 6,42,000 ਲੋਕ ਹੀ ਜੇ ਹੈਗੇ ਨੇ ਜਿਨ੍ਹਾਂ ਨੇ 8,71,000 ਦੇ ਵਿੱਚੋਂ ਟੀਕਾ ਲਗਵਾਇਆ ਫਸਟ ਡੋਜ਼ ਦਾ। ਇਟ ਮੀਨਸ ਕਿ ਹਾਲੇ ਵੀ 2 ਲੱਖ ਲੋਕ ਪਏ ਨੇ ਲਗਭਗ ਫਸਟ ਡੋਜ਼ ਵਾਸਤੇ, ਤੇ ਉਹ ਤੁਹਾਡੇ ਲਈ ਵੀ ਕਿਤੇ ਨਾ ਕਿਤੇ ਖਤਰਾ ਬਣ ਸਕਦੇ ਨੇ। ਉਹਨਾਂ ਦੀ ਆਪਣੀ ਇਮਿਊਨਿਟੀ ਖਰਾਬ ਹੁੰਦੀ ਹੈ। ਤੇ ਜਿਹੜੀ ਸੈਕਿੰਡ ਡੋਜ਼ ਹੈਗੀ ਹੈ ਉਹ ਜਿੰਨੀ ਡੋਜ਼ ਲੱਗਣੀ ਹੈਗੀ ਹੈ ਉਹਦਾ 69% ਜਿਹੜਾ ਕਰਕੇ ਹੈਗਾ ਆ ਤੁਹਾਡਾ, ਉਹ ਸਾਡਾ ਜਿਹੜਾ ਅੱਜ ਦਾ ਗ੍ਰਾਫ ਹੈਗਾ ਹੁਣ ਤੱਕ ਦੀ 47% ਸਿਰਫ ਹਾਲੇ ਕਵਰ ਹੋਇਆ। ਤੇ ਉਹ ਜਦੋਂ ਟਾਈਮ ਨਿਕਲ ਜਾਂਦਾ ਹੈ, ਜੇ ਫਿਰ ਉਹ ਵਾਪਸ ਆਉਂਦੇ ਨੇ ਟਾਈਮ ਨਿਕਲਣ ਤੋਂ ਬਾਅਦ, ਤੇ ਫਿਰ ਸ਼ਾਇਦ ਆਈ ਥਿੰਕ ਕਿ ਮੈਡੀਕਲੀ ਵੀ ਇਹੋ ਤੁਹਾਨੂੰ ਪਤਾ ਹੈ ਕਿ ਕੋਈ ਵੀ ਦਵਾਈ ਲੈਣ ਦਾ ਜਾਂ ਟੀਕੇ ਲਗਵਾਉਣ ਦਾ ਇੱਕ ਟਾਈਮ ਹੁੰਦਾ ਹੈ, ਤੇ ਜਦੋਂ ਉਹ ਗੈਪ ਪੈ ਜਾਂਦਾ ਤੇ ਸ਼ਾਇਦ ਉਹਦਾ ਇਫੈਕਟਿਵਨੈਸ ਫਿਰ ਘਟ ਜਾਂਦੀ ਹੈ। ਇਸ ਲਈ ਟਾਈਮ ਤੇ ਆਪਣੀ ਟੀਕਾਕਰਨ ਨੂੰ ਕਰਾਉਣਾ ਜ਼ਰੂਰੀ ਹੈ। ਸੋ ਇਸ ਕਰਕੇ ਮੈਂ ਹੁਣ ਲੋਕਾਂ ਨੂੰ ਫਿਰ ਤੋਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਅਪੀਲ ਕਰਦੀ ਹਾਂ ਕਿ ਤੁਸੀਂ ਸਾਨੂੰ ਸਖਤ ਕਦਮ ਅਸੀਂ ਨਹੀਂ ਚੁੱਕਣਾ ਚਾਹੁੰਦੇ, ਸਰਕਾਰ ਵੀ ਨਹੀਂ ਚਾਹੁੰਦੀ। ਸਰਕਾਰ ਤੇ ਆਪਣੇ ਲੋਕਾਂ ਤੱਕ ਆਪ ਪਹੁੰਚ ਰਹੀ ਹੈ, ਅਸੀਂ ਉਹਨਾਂ ਦੀ ਇੰਟਰੈਕਸ਼ਨ ਤੇ ਲੋਕਾਂ ਦੇ ਤੱਕ ਪਹੁੰਚ ਰਹੇ ਹਾਂ, ਹਰ ਪਿੰਡ ਦੇ ਵਿੱਚ ਕੈਂਪ ਲਗਾ ਰਹੇ ਹਾਂ, ਔਰ ਸਾਡੀਆਂ ਟੀਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਹਿੰਦੀਆਂ ਨੇ। 5 ਵਜੇ ਤੋਂ ਬਾਅਦ ਬੈਠ ਕੇ ਦੇਖੋ, ਅਸੀਂ ਰਾਤ ਤੱਕ 12 ਵਜੇ ਤੱਕ ਐਂਟਰੀਜ਼ ਕਰਦੇ ਹਾਂ। ਸਵੇਰੇ ਹੀ ਅਸੀਂ ਆਪਾਂ ਟੀਮਾਂ ਨੂੰ 9 ਵਜੇ ਪਹੁੰਚਾਉਣ ਵਾਸਤੇ ਉਹ ਆਪਣੇ ਘਰਾਂ ਤੋਂ 7 ਵਜੇ ਚੱਲਦੇ ਨੇ। ਤੇ ਅੱਜ ਕੱਲ੍ਹ ਧੁੰਦ ਦੇ ਦਿਨ ਨੇ, ਫਿਰ ਵੀ ਦੇਖੋ ਤੁਸੀਂ ਮੋਸਟਲੀ ਦੇਖਿਆ ਹੋਵੇਗਾ ਕਿ ਸਾਰੇ 9 ਵਜੇ ਪਹੁੰਚੇ ਹੁੰਦੇ ਨੇ। ਸੋ ਜੇਕਰ ਅਸੀਂ ਤੁਹਾਡੇ ਲਈ ਇੰਨੀਆਂ ਐਫਰਟਸ ਕਰ ਰਹੇ ਹੈਗੇ ਹਾਂ ਤੇ ਕਿਤੇ ਨਾ ਕਿਤੇ ਤੁਹਾਡਾ ਵੀ ਫਰਜ਼ ਬਣਦਾ ਹੈਗਾ। ਤੇ ਅਸੀਂ ਹੁਣ ਉਮੀਦ ਕਰਾਂਗੇ ਕਿ ਕੱਲ ਤੋਂ ਬਾਅਦ ਜਦੋਂ ਅਸੀਂ ਲੋਕਾਂ ਨੂੰ ਹੁਣ ਅਪੀਲ ਕਰ ਰਹੇ ਹੈਗੇ, ਅਸੀਂ ਤੁਹਾਨੂੰ ਦੱਸ ਵੀ ਰਹੇ ਹੈਗੇ ਹਾਂ, ਤੇ ਕੱਲ ਤੋਂ ਬਾਅਦ ਸਾਡੇ ਜਿਹੜੇ ਜਿੰਨੇ ਵੀ ਵੈਕਸੀਨੇਸ਼ਨ ਕਰਨ ਵਾਲੇ ਲੋਕ ਪੈਂਡਿੰਗ ਪਏ ਹੈਗੇ ਉਹ ਆਪਣੇ ਆਪ ਕੈਂਪ ਤੱਕ ਆਉਣਗੇ, ਆਪਣੇ ਸਾਥੀਆਂ ਨੂੰ ਵੀ ਲੈ ਕੇ ਆਉਣਗੇ, ਤਾਂ ਕਿ ਤੁਹਾਡਾ ਪਰਿਵਾਰ ਸੁਰੱਖਿਅਤ ਰਹੇ, ਤਾਂ ਕਿ ਤੁਹਾਡੇ ਆਸ-ਪਾਸ ਵਾਲੇ ਜਿਹੜੇ ਹੈਗੇ ਨੇ ਲੋਕ ਸੁਰੱਖਿਅਤ ਰਹਿਣ, ਔਰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸੋ ਆਈ ਵਿਸ਼ ਯੂ ਆਲ ਦਾ ਬੈਸਟ ਆਲਸੋ। ਤੁਹਾਡੇ ਇਲੈਕਸ਼ਨ ਆਉਣ ਵਾਲੇ ਨੇ, ਤੁਹਾਡੀ ਸਭ ਦੀ ਸਿਹਤ ਠੀਕ ਰਵੇ,
ਤੁਸੀਂ ਸਭ ਖੁਸ਼ੀ-ਖੁਸ਼ੀ ਆਪਣੇ ਅਧਿਕਾਰ ਦਾ ਪ੍ਰਯੋਗ ਕਰੋ ਔਰ ਤੁਹਾਡੀ ਫੈਮਿਲੀ ਵੀ ਸਿਹਤਮੰਦ ਰਵੇ। ਐਂਡ ਥੈਂਕ ਯੂ ਵੈਰੀ ਮੱਚ। ਐਂਡ ਅਸੀਂ ਤੁਹਾਡੀ ਵੇਟ ਕਰਾਂਗੇ ਬੂਥ ਦੇ ਉੱਤੇ ਵੈਕਸੀਨੇਸ਼ਨ ਕਰਵਾਉਣ ਵਾਸਤੇ। ਮੈਮ ਇੱਕ ਥੈਂਕ ਯੂ। ਕੁਐਸਚਨ ਹੈ ਕਿ ਇਹ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ ਹੋਈਆਂ, ਸਰਕਾਰੀ ਪਾਬੰਦੀਆਂ ਕਿਸ ਤਰ੍ਹਾਂ ਦੀਆਂ ਜਾਰੀ ਕੀਤੀਆਂ ਗਈਆਂ, ਕਿਹੜੀਆਂ ਸਕੀਮਾਂ ਨੂੰ ਬੰਦ ਕੀਤਾ ਗਿਆ ਪਬਲਿਕ ਵਾਸਤੇ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਲੈ ਰੱਖੀ ਜੀ? ਦੇਖੋ, ਸਰਕਾਰ ਜੀ ਲੋਕਾਂ ਨੂੰ ਮੋਟੀਵੇਟ ਕਰ ਰਹੀ ਹੈਗੀ ਹੈ। ਅਸੀਂ ਇਸ ਤਰ੍ਹਾਂ ਦੇ ਸਰਕਾਰੀ ਤੌਰ ਦੇ ਉੱਤੇ ਸਿਰਫ ਉਹਨਾਂ ਨੂੰ ਇਹੋ ਕਹਿ ਰਹੇ ਹੈਗੇ ਹਾਂ ਕਿ ਉਹਨਾਂ ਨੇ ਕੁਝ ਗਾਈਡਲਾਈਨਸ ਕੀਤੀਆਂ ਸੀਗੀਆਂ ਕਿ ਇੱਕ ਜਗ੍ਹਾ ਦੇ ਉੱਤੇ ਇੰਨੇ ਲੋਕ ਨਹੀਂ ਇਕੱਠੇ ਹੋ ਸਕਦੇ, ਜਾਂ ਤੁਸੀਂ ਆਪਣੀ 5 ਗਜ਼ ਦੀ ਜਾਂ 3 ਗਜ਼ ਦੀ ਦੂਰੀ ਬਣਾ ਕੇ ਰੱਖਣੀ ਹੈ, ਜਾਂ ਮਾਲਸ ਦੇ ਵਿੱਚ ਉਹਨਾਂ ਨੇ ਰਿਸਟ੍ਰਿਕਟਡ ਕੀਤੀ ਹੈਗੀ ਹੈ, ਗੈਦਰਿੰਗਸ ਕੀਤੀਆਂ ਨੇ, ਸਕੂਲ ਕਾਲਜਿਸ ਤੁਹਾਡੇ ਸਾਹਮਣੇ ਬੰਦ ਹੋ ਰੱਖੇ ਨੇ। ਇਹੋ ਜਿਹੀਆਂ ਰਿਸਟ੍ਰਿਕਸ਼ਨ ਜਿਹੜੀਆਂ ਵੀ ਅਸੀਂ ਲਗਾਈਆਂ ਸੀਗੀਆਂ ਉਹ ਅਸੀਂ ਪ੍ਰੋਪਰ ਇੱਕ ਆਰਡਰ ਜਾਰੀ ਕੀਤੇ ਹੋਏ ਆ। ਉਹ ਅਸੀਂ ਟਾਈਮ ਤੇ ਆਪਣੀ ਸਭ ਨੂੰ ਜਾਣਕਾਰੀ ਦਿੰਦੇ ਰਹਿੰਦੇ ਹਾਂ। ਮੈਡਮ ਇੱਕ ਸੁਣਨ ਚ ਆਇਆ ਸੀ ਕਿ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਾਈ ਤੇ ਉਹਨੂੰ ਸਰਕਾਰੀ ਸੁਵਿਧਾ ਨਹੀਂ ਮਿਲੇਗੀ, ਜਿਵੇਂ ਜਿਸ ਤਰ੍ਹਾਂ ਰਜਿਸਟਰੀ ਕਰਾਣੀ ਹੈ ਜਾਂ ਕੋਈ ਹੋਰ ਸੁਵਿਧਾ ਲੈਣੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਦੇ ਅੰਦਰ, ਇਸ ਤਰ੍ਹਾਂ ਦਾ ਕੋਈ ਮਾਮਲਾ ਹੈ? ਦੇਖੋ, ਜਦੋਂ ਕੋਈ ਸਾਡੇ ਕੋਲ ਆਉਂਦਾ ਤੇ ਅਸੀਂ ਉਹਨਾਂ ਨੂੰ ਕੋਈ ਵੀ ਸੁਵਿਧਾ ਦੇਣ ਤੋਂ ਪਹਿਲਾਂ ਉਹਨਾਂ ਦੀ ਸੇਫਟੀ ਵਾਸਤੇ, ਤਾਂ ਕਿ ਉਹ ਸੇਫ ਰਹਿਣ, ਅਸੀਂ ਉਹਨਾਂ ਤੋਂ ਵੈਸੇ ਹੀ ਜਾਣਕਾਰੀ ਲੈਂਦੇ ਹਾਂ ਤਾਂ ਕਿ ਅਸੀਂ ਆਪਣਾ ਡਾਟਾ ਅਪਲੋਡ ਕਰੀਏ ਕਿ ਤੁਸੀਂ ਵੈਕਸੀਨੇਸ਼ਨ ਕਰਵਾਈ ਹੈ ਕਿ ਨਹੀਂ ਕਰਵਾਈ। ਮੈਮ ਕਈ ਵਾਰੀ ਦੇਖਿਆ ਜਾਂਦਾ ਵੀ ਜਿਵੇਂ ਕੋਈ ਵੈਕਸੀਨ ਕਰਾਇਆ ਜਾਂਦਾ ਹੈ ਤਾਂ ਉਹਦਾ ਮੈਸੇਜ ਨਹੀਂ ਆ ਰਿਹਾ ਮੋਬਾਈਲ ਦੇ ਉੱਤੇ। ਜਿੱਥੇ ਕਿਤੇ ਕਿਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਉਹ ਸਾਡੀ ਨੌਲੇਜ 'ਚ ਲੈ ਕੇ ਆਵੇ, ਅਸੀਂ ਆਪਣੇ ਡਾਟਾ ਐਂਟਰੀ ਆਪਰੇਟਰਸ ਨੂੰ ਦੇਖ ਕੇ ਅਸੀਂ ਉਹਨਾਂ ਦੀ ਪ੍ਰੋਬਲਮ ਨੂੰ ਸੌਰਟ ਆਊਟ ਕਰਾਂਗੇ। ਮੈਡਮ ਬੈਂਕਾਂ ਦੇ ਵਿੱਚ ਵੀ ਪ੍ਰਵੇਸ਼ ਬੰਦ ਕਰ ਦਿੱਤਾ ਗਿਆ। ਆਮ ਪਬਲਿਕ ਦਾ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਾ ਰੱਖੀ ਤੇ ਉਹਨਾਂ ਨੂੰ ਬੈਂਕਾਂ 'ਚ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਮੇਰੇ ਖਿਆਲ ਬੈਂਕਾਂ ਦੇ ਉਹਨਾਂ ਦੇ ਆਪਣੇ ਨੋਰਮਸ ਹੁੰਦੇ ਨੇ, ਮੈਂ ਚੈੱਕ ਕਰ ਲੈਂਦੀ ਹਾਂ ਕਿ ਉਹਨਾਂ ਨੇ ਆਪਣੀਆਂ ਕੀ ਗਾਈਡਲਾਈਨਸ ਕੀਤੀਆਂ ਨੇ। ਥੈਂਕ ਯੂ ਵੈਰੀ ਮਚ। ਮੈਮ ਪੋਲੀਟੀਕਲ ਲੀਡਰਾਂ ਤੱਕ ਪਹੁੰਚ ਕੀਤੀ ਗਈ ਹੈ ਜਿਹੜੇ ਉਸ ਰੈਲੀਆਂ ਕਰ ਰਹੇ ਆ ਜਾਂ ਸ਼ਾਮ ਨੂੰ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਆ, ਉਹਨਾਂ ਤੱਕ ਪਹੁੰਚ ਕੀਤੀ ਕਿ ਤੁਸੀਂ ਵੈਕਸੀਨ ਗਏ ਹੋਏ ਨੇ? ਹਾਂ, ਮੈਂ ਜਿੰਨੇ ਵੀ ਮੇਰੇ ਜ਼ਿਲ੍ਹੇ ਦੇ ਵਿੱਚ ਕੈਂਡੀਡੇਟ ਨੇ, ਜਿੰਨੇ ਵੀ ਇੱਥੇ ਦੀਆਂ ਪਾਰਟੀਆਂ ਨੇ, ਜਿੰਨੀਆਂ ਵੀ ਕੋਈ ਵੀ ਦਲ ਦਾ ਹੋਵੇ, ਅਸੀਂ ਇਹ ਨਹੀਂ ਦੇਖ ਰਹੇ ਹੈਗੇ ਕਿ ਕੋਈ ਪਰਟੀਕੂਲਰ ਪਾਰਟੀ ਹੈ। ਅਸੀਂ ਪਰਸਨਲੀ ਉਹਨਾਂ ਨੂੰ ਫੋਨ ਕਰਕੇ ਕਿਹਾ, ਕਿਉਂਕਿ ਇਹ ਸੋਸ਼ਲ ਕਾਜ਼ ਹੈਗਾ, ਇੱਕ ਸਰਕਾਰੀ ਕੰਮ ਹੈਗਾ। ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਜਦੋਂ ਵੀ ਕਿਤੇ ਜਾਂਦੇ ਹੋ, ਜਿੱਥੋਂ ਵੀ ਕੋਈ ਜਲਸਾ ਕਰਦੇ ਹੋ, ਜਿਹੜੇ ਤੁਸੀਂ ਬੰਦੇ ਨਾਲ ਲੈ ਕੇ ਆਉਂਦੇ ਹੋ, ਤੇ ਤੁਸੀਂ ਆਪਣੇ ਜਿੱਥੇ ਵੀ ਪਿੰਡਾਂ 'ਚ ਜਾ ਰਹੇ ਹੋ, ਇਹ ਬਿਹਤਰ ਹੋਵੇਗਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਪ੍ਰੇਰਿਤ ਕਰੋ ਕਿ ਉਹ ਲੋਕ ਆ ਕੇ ਆਪਣੀ ਵੈਕਸੀਨੇਸ਼ਨ ਕਰਵਾਉਣ। ਤੇ ਉਹਨਾਂ ਨੂੰ ਕੋਈ ਚੇਤਾਵਨੀ ਵੀ ਦਿੱਤੀ ਵੀ ਅਗਰ ਇਸ ਤਰ੍ਹਾਂ ਦਾ ਨਹੀਂ ਪਾਇਆ ਜਾਂਦਾ ਤਾਂ ਕਾਰਵਾਈ ਕਰਾਂਗੇ? ਅਫਕੋਰਸ, ਜੇ ਸਰਕਾਰ ਦੀਆਂ ਕੋਈ ਗਾਈਡਲਾਈਨਸ ਦੀ ਉਹ ਉਲੰਘਣਾ ਕਰਦੇ ਆ ਤੇ ਫਿਰ ਅਸੀਂ ਉਹਨਾਂ ਨੂੰ ਜੋ ਵੀ ਸਾਡੇ ਰੂਲਸ ਦੇ ਮੁਤਾਬਿਕ ਆਰਓਜ਼ ਸਾਡੇ ਹੈਗੇ ਨੇ ਉਹ ਕਾਰਵਾਈ ਕਰਦੇ ਆ। ਜੇ ਹੁਣ ਤੱਕ ਨੋਮੀਨੇਸ਼ਨ ਜਿਹੜੇ ਦਾਖਲ ਹੋਏ ਨੇ ਉਹ ਉਮੀਦਵਾਰਾਂ ਦੇ ਸਾਰਿਆਂ ਦੇ ਵੈਕਸੀਨੇਟਡ ਨੇ? ਅਫਕੋਰਸ ਉਹ ਸਾਰੇ ਵੈਕਸੀਨੇਟਡ ਨੇ। ਜੀ ਅਮਰੀਕਾ ਵਾਸੀਆਂ ਨੂੰ ਮੇਰਾ ਬਹੁਤ-ਬਹੁਤ ਨਮਸਕਾਰ। ਇਲੈਕਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ। ਤੁਹਾਨੂੰ ਪਤਾ ਹੀ ਹੈ ਕਿ ਬਹੁਤ ਦਿਨਾਂ ਤੋਂ ਸ਼ੁਰੂ ਹੋਇਆ ਹੈ, ਲਗਭਗ ਮਹੀਨੇ ਤੋਂ ਨੋਟੀਫਿਕੇਸ਼ਨ ਹੋਈ ਨੂੰ ਵੀ 25 ਤਰੀਕ ਨੂੰ ਨੋਟੀਫਿਕੇਸ਼ਨ ਹੋਈ ਸੀ। ਹੁਣ ਸਾਡੀਆਂ ਨੋਮੀਨੇਸ਼ਨਸ ਚੱਲ ਰਹੀਆਂ ਨੇ। ਅੱਜ ਸਾਡਾ ਨੋਮੀਨੇਸ਼ਨਸ ਦਾ ਜਿਹੜਾ ਹੈਗਾ ਆਖਰੀ ਦਿਨ ਹੈਗਾ ਤੇ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਅਸੀਂ ਟਾਈਮ ਟੂ ਟਾਈਮ ਤੁਹਾਨੂੰ ਬਰੀਫ ਕਰਦੇ ਰਹੇ ਹਾਂ। ਸਾਡੇ ਆਰਓਜ਼ ਨੇ ਵੀ ਤੁਹਾਨੂੰ ਬਰੀਫ ਕੀਤਾ ਹੈਗਾ। ਸਾਡਾ ਜਿਹੜੀਆਂ ਹੈਗੀਆਂ MCC ਲੱਗੀ ਹੋਈ ਹੈਗੀ ਹੈ, ਮਾਡਲ ਕੋਡ ਆਫ ਕੰਡਕਟ, ਜਿਹਦੇ ਵਿੱਚ ਅਸੀਂ DC ਆਫਿਸ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ, ਜਿਹਦੇ ਵਿੱਚ ਕਿ ਅਸੀਂ ਕੁਝ ਗੈਦਰਿੰਗਸ ਨੂੰ ਲੈ ਕੇ ਹਦਾਇਤਾਂ ਕੀਤੀਆਂ ਨੇ, ਕੁਝ ਜਿਹੜੀ ਹੈਗੀ ਸੋਸ਼ਲ ਡਿਸਟੈਂਸਿੰਗ ਨੂੰ, ਕੁਝ ਲਾਊਡ ਸਪੀਕਰਸ ਬਾਰੇ, ਜੋ ਵੀ ਗਾਈਡਲਾਈਨਸ ਹੁੰਦੀਆਂ ਨੇ ਅਸੀਂ ਕੀਤੀਆਂ ਨੇ। ਇਹ ਜਿਹੜੀ ਹੈਗੀ ਹੈ, ਮੈਂ ਤੁਹਾਨੂੰ ਸਿਰਫ ਇਸ ਲਈ ਸੰਬੋਧਿਤ ਕਰਨਾ ਚਾਹੁੰਦੀ ਹਾਂ ਕਿ ਇਲੈਕਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈਗਾ। ਇਲੈਕਸ਼ਨ ਦੀ ਤਿਆਰੀ ਕਰਨ ਵਾਸਤੇ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੈਕਸੀਨੇਸ਼ਨ ਵਾਸਤੇ ਦੱਸਿਆ, ਇਹੋ ਥੋੜਾ ਮੈਂ ਮੋਟੀਵੇਸ਼ਨ ਵਾਸਤੇ ਕਰ ਰਹੀ ਹੈਗੀ, ਤੁਹਾਨੂੰ ਅਪੀਲ ਕਰਨ ਵਾਸਤੇ ਕਰ ਰਹੀ ਹੈਗੀ। ਅਸੀਂ ਤਿਆਰੀਆਂ ਕਰ ਰਹੇ ਹੈਗੇ ਕਿ 20 ਤਰੀਕ ਨੂੰ ਜਿਸ ਦਿਨ ਵੋਟਾਂ ਪੈਣੀਆਂ, ਤੁਸੀਂ ਸਾਡੇ ਹਰ ਬੂਥ ਦੇ ਉੱਤੇ 100% ਅਸੀਂ, ਸਾਡਾ ਟੀਚਾ ਹੈਗਾ 100% ਪੋਲਿੰਗ ਹੋਣ ਵਾਸਤੇ, ਜਿਹੜਾ ਕਾਫੀ ਔਖਾ ਵੀ ਹੈ, ਪਰ ਮੈਨੂੰ ਲੱਗਦਾ ਕਿ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰ ਪਾਵਾਂਗੇ। ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਬੂਥ ਹੈਗੇ ਨੇ, ਜਿੰਨੀ ਸਾਡੀ ਪੋਪੂਲੇਸ਼ਨ ਹੈ 7,48,000 ਕੁਝ ਪੋਪੂਲੇਸ਼ਨ ਹੈ, ਕੁਝ ਵੋਟਾਂ ਜਿਹੜੀਆਂ ਹੈਗੀਆਂ ਸੀ ਹਾਲੇ ਪ੍ਰਿੰਟ ਆਊਟ ਹੋ ਰਹੀਆਂ ਨੇ, ਤੇ ਸਾਡੇ ਆਰਓਜ਼, ਸਾਡਾ ਸਾਰਾ ਸਟਾਫ, ਸਾਰਾ ਅਮਲਾ ਇਸ ਕੰਮ ਤੇ ਲੱਗਿਆ ਹੋਇਆ ਹੈ ਕਿ ਕਿਵੇਂ ਵੋਟਰਾਂ ਨੂੰ ਅਸੀਂ ਪ੍ਰੇਰਿਤ ਕਰੀਏ ਕਿ ਉਹ ਸਾਡੇ ਬੂਥਾਂ ਤੱਕ ਆ ਸਕਣ। ਸਾਡੇ ਕੋਲ 490 ਲੋਕੇਸ਼ਨਸ ਹੈਗੀਆਂ ਨੇ, 392 ਜਿਹੜੇ ਹੈਗੇ ਨੇ ਅਸੀਂ ਵਨਰੇਬਲ ਕੈਟਾਗਰੀ ਦੇ ਬੂਥ ਬਣਾਏ ਨੇ, ਹਾਲੇ ਫਾਈਨਲ ਹੋਣਗੇ। ਸਾਡੇ ਜਿਹੜੇ ਜਨਰਲ ਅਬਜ਼ਰਵਰਸ ਵੀ ਆ ਗਏ ਨੇ, ਐਕਸਪੈਂਡੀਚਰ ਅਬਜ਼ਰਵਰ ਵੀ ਆ ਗਏ ਨੇ। ਉਸ ਦੇ ਇਲਾਵਾ ਸਾਡੇ ਕੋਲ ਕੁਝ ਬੂਥ ਇਹੋ ਜਿਹੇ ਹੁੰਦੇ ਨੇ ਜਿੱਥੇ ਅਸੀਂ ਪ੍ਰਬੰਧ ਕੀਤਾ ਸਾਡੇ PWD ਵੋਟਰ,
ਜਿਹੜੇ ਭੈਣ ਭਰਾਵਾਂ ਨੂੰ ਕੁਝ ਦਿੱਕਤ ਹੁੰਦੀ, ਜਿਨ੍ਹਾਂ ਨੂੰ ਅਸੀਂ ਫਿਜ਼ੀਕਲੀ ਚੈਲੰਜਡ ਕਹਿੰਦੇ, ਇੱਕ ਬੂਥ ਸਾਡਾ ਫਾਜ਼ਿਲਕਾ 'ਚ ਉਹ ਬਣੇਗਾ। ਸਾਡਾ 3242 ਹੈਗੇ ਨੇ ਫਿਜ਼ੀਕਲੀ ਚੈਲੰਜਡ ਪਰਸਨਸ, ਸਾਡੇ ਸੀਨੀਅਰ ਸਿਟੀਜ਼ਨਸ ਨੇ ਤੇ ਇੱਕ ਸਾਡੇ ਸਰਵਿਸ ਵੋਟਰਸ ਨੇ। ਅਸੀਂ ਸਾਰਿਆਂ ਨੂੰ ਹੀ ਆਪਣੇ ਬੂਥ ਤੱਕ ਲੈ ਕੇ ਆਉਣਾ ਚਾਹੁੰਦੇ ਹਾਂ ਥਰੂ ਪੋਸਟਲ ਬੈਲਟ ਪੇਪਰ। ਜਿਹੜੇ ਸਾਡੇ ਭੈਣ ਭਰਾ ਨਹੀਂ ਆ ਸਕਦੇ, ਅਸੀਂ ਉਹਨਾਂ ਨੂੰ 12D ਜਿਹੜਾ ਹੁੰਦਾ ਸਾਡਾ ਪੋਸਟਲ ਬੈਲਟ ਪੇਪਰ ਇਸ਼ੂ ਕੀਤਾ ਹੈਗਾ। ਜਿਨ੍ਹਾਂ ਦੀ 70% ਤੋਂ ਜ਼ਿਆਦਾ ਹੈਗੀ ਹੈ, ਅਸੀਂ ਉਹਨਾਂ ਨੂੰ ਸਪੈਸ਼ਲ ਅਰੇਂਜਮੈਂਟਸ ਕਰਕੇ ਉਹਨਾਂ ਤੱਕ ਤਾਂ ਅਸੀਂ ਆਪ ਪਹੁੰਚ ਕਰਾਂਗੇ, ਉਹਨਾਂ ਤੋਂ ਅਸੀਂ ਆਪ ਪੋਸਟਲ ਬੈਲਟ ਦੇ ਥਰੂ ਪਵਾਵਾਂਗੇ। 70% ਤੋਂ ਥੱਲੇ ਵਾਲੇ ਜਿਹੜੇ ਸਾਡੇ ਭੈਣ ਭਰਾ ਹੈਗੇ ਨੇ ਫਿਜ਼ੀਕਲੀ, ਜਿਨ੍ਹਾਂ ਨੂੰ ਕੁਝ ਦਿੱਕਤ ਆ ਰਹੀ ਹੈ, ਅਸੀਂ ਉਹਨਾਂ ਦੇ ਲਈ ਹਰ ਇੱਕ ਬੂਥ ਦੇ ਉੱਤੇ ਅਸੀਂ ਵੀਲ ਚੇਅਰ ਪਲੱਸ ਹੋਰ ਜਿਹੜੇ ਅਰੇਂਜਮੈਂਟਸ ਨੇ, ਤਾਂ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ, ਉਹ ਅਰੇਂਜਮੈਂਟਸ ਕੀਤੇ ਹੋਏ ਨੇ। ਜਿਹੜੇ ਸਾਡੇ 80 ਪਲੱਸ ਵੋਟਰਸ ਨੇ, ਉਹਨਾਂ ਦੇ ਵਾਸਤੇ ਵੀ ਅਸੀਂ ਜਿਹੜੇ ਤਾਂ ਅਸੀਂ ਪੋਸਟਲ ਬੈਲਟਸ ਉਹਨਾਂ ਲਈ ਵੀ ਇਸ਼ੂ ਕੀਤੇ ਸੀ। ਜਿਹੜੇ ਤੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਵੈਲਕਮ ਕਰ ਰਹੇ ਹੈਗੇ ਹਾਂ, ਪੋਸਟਲ ਬੈਲਟ ਦੇ ਥਰੂ ਵੀ ਕਰ ਰਹੇ ਹੈਗੇ ਹਾਂ। ਹੁਣ ਅਸੀਂ 31 ਬੂਥ ਹੈਗੇ ਨੇ ਜ਼ਿਲ੍ਹੇ ਦੇ ਵਿੱਚ। ਇੱਕ ਤੇ ਸਾਡਾ ਵੂਮਨ ਓਰੀਐਂਟਡ ਜਿਹੜਾ ਹੈਗਾ, ਉਹ ਸਾਡਾ ਬੂਥ ਜਿਹੜੇ ਬਣਨੇ ਨੇ, ਜਿਹੜੇ ਟੋਟਲੀ ਵੂਮਨਸ ਨੇ ਕਰਨਾ ਹੈਗਾ ਮੈਨ ਉਹਨਾਂ ਨੂੰ। ਇੱਕ ਸਾਡੇ ਉਹ ਬੂਥ ਹੈਗੇ ਨੇ ਕਿ ਜਿਨ੍ਹਾਂ ਨੂੰ ਅਸੀਂ ਮਾਡਲ ਪੋਲਿੰਗ ਸਟੇਸ਼ਨ ਕਹਿੰਦੇ ਹੈਗੇ ਆ। ਸਾਡੇ ਕੋਲ ਅਸੀਂ 31 ਇਹੋ ਜਿਹੇ ਬੂਥ ਆਇਡੈਂਟੀਫਾਈ ਕੀਤੇ ਨੇ, ਜਿੱਥੇ ਕਿ ਵੈਸੇ ਤਾਂ ਸਾਡਾ ਟੀਚਾ ਹੈਗਾ ਕਿ ਹਰ ਬੂਥ ਦੇ ਉੱਤੇ ਹੀ ਸਾਡੀ 100% ਹੋਵੇ, ਲੇਕਿਨ ਇਹਨਾਂ 31 ਬੂਥ ਦੀ ਲਿਸਟ ਮੈਂ ਤੁਹਾਨੂੰ ਦੇ ਦਿੰਦੀ ਹਾਂ, ਜਿੱਥੇ ਕਿ ਅਸੀਂ ਸਪੈਸ਼ਲੀ ਅਰੇਂਜਮੈਂਟ ਕਰ ਰਹੇ ਹੈਗੇ ਕਿ ਸਾਡਾ ਬਿਲਕੁਲ ਹੀ 100% ਦਾ ਟੀਚਾ ਹੈਗਾ ਕਿ 100% ਅਸੀਂ ਇੱਥੇ ਤੱਕ ਲੋਕਾਂ ਨੂੰ ਲੈ ਕੇ ਆਉਣਾ ਹੈਗਾ। ਉਹਦੇ ਵਾਸਤੇ ਅਸੀਂ ਕੁਝ ਸਪੈਸ਼ਲ ਅਰੇਂਜਮੈਂਟ ਇਹ ਕਰਨ ਲੱਗੇ ਹਾਂ ਕਿ ਸਾਡੇ ਇਹਨਾਂ ਬੂਥਾਂ ਦੇ ਉੱਤੇ ਸਪੈਸ਼ਲੀ ਤਾਂ ਮੈਂ ਇਸ ਕਰਕੇ ਕਹਿ ਰਹੀ 31 ਬੂਥ ਨੂੰ ਅਸੀਂ ਚੂਜ਼ ਕੀਤਾ ਹੋਇਆ ਹੈ। ਬਾਕੀ ਜਿਹੜੀਆਂ ਸਾਡੀਆਂ 498 ਲੋਕੇਸ਼ਨਸ ਦੇ ਉੱਤੇ ਜਿੰਨੇ ਬੂਥ ਹੈਗੇ ਨੇ, ਅਸੀਂ ਉਹਨਾਂ ਦੇ ਉੱਤੇ ਵੀ ਪਹੁੰਚ ਕਰ ਰਹੇ ਹੈਗੇ ਹਾਂ। ਅਸੀਂ ਉਹਨਾਂ ਲੋਕਾਂ ਤੱਕ ਪਹੁੰਚਣ ਵਾਸਤੇ ਉਹਨਾਂ ਨੂੰ ਇੱਕ ਤੇ ਚਿੱਠੀ ਲਿਖ ਰਹੇ ਹੈਗੇ ਹਾਂ, ਸਪੈਸ਼ਲੀ DC ਆਫਿਸ ਵਾਲੇ ਮੇਰੇ ਸਿਗਨੇਚਰਸ ਦੇ ਥੱਲੇ, ਜਾਂ ਸਾਡੇ ਜਿਹੜੇ CO ਸਾਹਿਬ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ, ਜਿਹੜੇ ਸਾਡੇ ਹੈਗੇ ਨੇ ECI ਦੇ ਜਿਹੜੇ ਹੈਗੇ ਨੇ ਸਾਡੇ ਆਫਿਸਰ ਸਾਹਿਬ, ਉਹਨਾਂ ਦੀ ਮੋਹਰ ਦੇ ਥੱਲੇ ਇੱਕ ਚਿੱਠੀ ਪਾਉਣ ਲੱਗੇ ਆ ਕਿ ਤੁਸੀਂ ਪਲੀਜ਼ ਬੂਥ ਦੇ ਉੱਪਰ ਤੱਕ ਆਵੋ। ਫਿਰ ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਕਿ ਜਦੋਂ ਤੁਸੀਂ ਵੋਟ ਪਾਉਣ ਆਉਂਦੇ ਹੋ ਤੇ ਤੁਹਾਡੇ ਲਈ ਬੂਥ ਤਿਆਰ ਕਰਕੇ ਵੋਟ ਦਾ ਪ੍ਰੋਸੈਸ ਪੂਰਾ ਕਰਨ ਦੇ ਵਿੱਚ ਸਾਡਾ ਕਿੰਨਾ ਅਮਲਾ ਲੱਗਦਾ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੁਰੂਆਤ ਕਰਦੀ ਹਾਂ ਕਿ BLO ਸਾਡੇ ਜਿਹੜੇ ਹੈਗੇ ਨੇ ਘਰ ਘਰ ਜਾ ਕੇ ਵੋਟਾਂ ਬਣਾਉਂਦੇ ਨੇ। BLO ਸਾਡੇ ਜਿਹੜੇ ਹੈਗੇ ਨੇ ਮੋਸਟਲੀ ਤੁਹਾਨੂੰ ਪਤਾ ਟੀਚਰਸ ਹੁੰਦੇ ਨੇ। ਉਹ ਆਪਣੇ ਕੰਮ ਦੇ ਨਾਲ ਨਾਲ ਤੁਹਾਡੀਆਂ ਵੋਟਾਂ ਨੂੰ ਅਪਡੇਟ ਕਰਦੇ ਨੇ, ਤੁਹਾਡੀ ਹਰ ਇੱਕ ਦੇ ਘਰ ਜਾਂਦੇ ਨੇ, ਤੁਹਾਡੇ ਕੋਲ ਵੀ ਆਉਂਦੇ ਹੋਣਗੇ ਪੱਤਰਕਾਰ ਸਾਹਿਬਾਨਾਂ ਦੇ ਕੋਲ। ਸੋ ਉਹਨਾਂ ਦਾ ਪ੍ਰੋਸੈਸ ਇਲੈਕਸ਼ਨ ਤੋਂ ਲਗਭਗ ਸਾਰਾ ਸਾਲ ਹੀ ਚੱਲਦਾ। ਸਾਡੀ ਸਪੈਸ਼ਲ ਰਿਵੀਜ਼ਨ ਹੁੰਦੀ ਹੈ, ਸਮਰੀ ਰਿਵੀਜ਼ਨ ਹੁੰਦੀ ਹੈ ਜਨਵਰੀ ਦੇ ਵਿੱਚ, ਜਿਹੜੀ ਸਾਡੀ 1 ਤਰੀਕ ਹੈਗੀ ਉਸ ਤੱਕ ਸਾਡਾ ਹਮੇਸ਼ਾ ਹਰ ਸਾਲ ਚੱਲਦਾ ਹੀ ਰਹਿੰਦਾ, ਤਾਂ ਕਿ ਕੋਈ ਵੀ ਵੋਟਰ ਰਹਿ ਨਾ ਜਾਵੇ। ਤੇ ਇੱਕ ਇਹ ਫਿਰ ਸਾਡਾ ਜਿਹੜਾ ਹੈਗਾ ਬੂਥ ਵਾਈਜ਼ ਵੋਟ ਬਣਦੀ ਹੈ। ਇੱਕ BLO ਉਹ ਤੁਹਾਡੇ ਘਰ ਘਰ ਆਉਂਦਾ ਹੈ, ਕਿੰਨੇ ਚੱਕਰ ਲਗਾਉਂਦਾ ਹੈ, ਠੀਕ ਹੈ। ਫਿਰ ਜਿਹੜੇ ਸਾਡੇ ROs ਹੈਗੇ ਨੇ ਉਹ ਪੂਰਾ ਡਾਟਾ ਫੀਡ ਕਰਦੇ ਨੇ, ਡਾਟਾ ਐਂਟਰੀ ਆਪਰੇਟਰ, ਫਿਰ ਅਸੀਂ ਪ੍ਰਿੰਟ ਆਊਟ ਕਰਦੇ ਹਾਂ। ਉਸ ਤੋਂ ਬਾਅਦ ਹੁਣ ਜਦੋਂ ਸਪੈਸ਼ਲ ਇਲੈਕਸ਼ਨਸ ਹੁੰਦੇ ਨੇ, ਉਸ ਵੇਲੇ ਤੁਸੀਂ ਸੋਚੋ ਕਿ ਸਾਡਾ ਕਿੰਨਾ ਅਮਲਾ ਤੁਹਾਡੇ ਵਾਸਤੇ ਲੱਗਿਆ ਹੋਇਆ। ਜ਼ਿਲ੍ਹੇ ਦੇ ਵਿੱਚ ਕੁੱਲ ਪੁਲਿਸ ਫੋਰਸ ਨੂੰ ਮਿਲਾ ਕੇ ਔਰ ਸਾਡਾ ਆਪਣਾ ਜਿਹੜਾ ਅਮਲਾ ਹੈਗਾ ਆ, ਸਾਡੇ ਕੋਲ ਜਿਹੜੇ ਸਾਨੂੰ ਬੂਥ ਦੇ ਉੱਤੇ ਸਿਰਫ ਅਫਸਰ ਚਾਹੀਦੇ ਆ 4175 ਬੂਥ ਦੇ ਉੱਤੇ, ਜਿਵੇਂ ਪ੍ਰੈਜ਼ਾਈਡਿੰਗ ਆਫਿਸਰ, ਪੋਲਿੰਗ ਆਫਿਸਰ ਨੂੰ ਮਿਲਾ ਕੇ ਸਾਡਾ ਹੈ ਲਗਭਗ 4175 ਲੋਕਾਂ ਦੀ ਸਾਨੂੰ ਜ਼ਰੂਰਤ ਹੈ। ਜਿਹੜੇ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਟੋਟਲ ਆਫਿਸਰ ਨੇ ਜਾਂ ਜਿੰਨੇ ਵੀ ਇੰਪਲਾਈਜ਼ ਹੈਗੇ ਨੇ, ਸਾਡੇ ਕੋਲ ਅਬਾਊਟ 7200 ਲੋਕ ਹੈਗੇ ਨੇ, ਜਿਨ੍ਹਾਂ ਨੂੰ ਅਸੀਂ ਦੇਖੋ ਤੁਹਾਡੇ ਵਾਸਤੇ ਟੋਟਲੀ ਵੈਕਸੀਨੇਟਡ ਕੀਤਾ ਹੈ। ਉਹਨਾਂ ਦੀ ਡਬਲ ਡੋਜ਼ ਲਗਵਾਈ ਹੈ, ਠੀਕ ਹੈ, ਮਤਲਬ ਫਸਟ ਡੋਜ਼ ਸੈਕਿੰਡ ਡੋਜ਼ ਲੱਗੀ, ਤੇ ਹੁਣ ਉਹਨਾਂ ਨੂੰ ਅਸੀਂ ਬੂਸਟਰ ਡੋਜ਼ ਤਾਂ ਲਗਵਾ ਰਹੇ ਹਾਂ ਸਾਰੇ ਫਰੰਟ ਲਾਈਨ ਵਰਕਰਸ ਨੇ, ਤਾਂ ਕਿ ਜਦੋਂ ਤੁਸੀਂ ਆਵੋ ਤੇ ਸਾਡੇ ਤੋਂ ਵੀ ਤੁਹਾਨੂੰ ਕੋਈ ਇਨਫੈਕਸ਼ਨ ਨਾ ਹੋ ਜਾਵੇ। ਉਸ ਤੋਂ ਇਲਾਵਾ ਪੁਲਿਸ ਦਾ ਅਮਲਾ ਜਿਹੜਾ ਹੈਗਾ ਅਲੱਗ ਹੈ, ਠੀਕ ਹੈ। ਪੁਲਿਸ ਦੀਆਂ ਕੰਪਨੀਆਂ 24 ਆ ਰਹੀਆਂ ਜਾਂ 25 ਜੋ ਵੀ CPF ਦੀਆਂ ਕੰਪਨੀਆਂ ਹੁੰਦੀਆਂ, ਜਿਵੇਂ ਜਿਵੇਂ ਵੀ ਬੂਥ ਆਇਡੈਂਟੀਫਾਈ ਕੀਤੇ ਨੇ, ਉਹਨਾਂ ਦੀ ਇੱਕ ਕੰਪਨੀ ਦੇ ਵਿੱਚ ਲਗਭਗ 90 ਜਾਂ 95 ਲੋਕ ਹੁੰਦੇ ਨੇ। ਤੇ ਤੁਸੀਂ ਹੁਣ ਇਹ ਦੇਖ ਲਓ ਕਿ ਤੁਹਾਨੂੰ ਉਹ ਕਰਨ ਵਾਸਤੇ ਜੇ 26 ਕੰਪਨੀਜ਼ ਆ ਰਹੀਆਂ ਜਾਂ ਜਿੰਨੀਆਂ ਵੀ ਕੰਪਨੀ ਆਈਆਂ ਉਹਨਾਂ ਨੂੰ 100 ਨਾਲ ਗੁਣਾ ਕਰ ਲਓ, ਹਾਲੇ ਟੋਟਲ ਨੰਬਰ ਸਾਨੂੰ ਪਤਾ ਨਹੀਂ ਲੱਗਿਆ। 2600 ਬੰਦਾ ਪੁਲਿਸ ਦਾ ਆਏਗਾ। ਅਸੀਂ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕਰਨਾ ਹੈ। ਅਸੀਂ ਉਹਨਾਂ ਨੇ ਇੱਕ ਮਹੀਨਾ ਤੁਹਾਡੇ ਕੋਲ ਆ ਕੇ ਰਹਿਣਾ, ਦੇਖੋ ਨਾ, ਆਪਣੇ ਘਰਾਂ ਤੋਂ ਦੂਰ ਜਾਂ ਜਿੱਥੇ ਵੀ ਉਹਨਾਂ ਦੀ ਡਿਊਟੀ ਹੈ। ਸਾਡੇ ਅਬਜ਼ਰਵਰ ਆ ਚੁੱਕੇ ਨੇ। ਉਹ ਅਬਜ਼ਰਵਰ ਸਾਡੇ ਅਲੱਗ-ਅਲੱਗ ਸਟੇਟਸ ਤੋਂ ਆਏ ਨੇ। 2 ਅਬਜ਼ਰਵਰ ਜਿਹੜੇ ਸਾਡੇ ਜਰਨਲ ਨੇ ਉਹ ਆਏ ਹੈਗੇ ਨੇ ਰਾਜਸਥਾਨ ਤੋਂ। ਇੱਕ ਸਾਡੇ ਪੁਲਿਸ ਅਬਜ਼ਰਵਰ ਆਏ ਹੈਗੇ ਨੇ ਤਮਿਲਨਾਡੂ ਤੋਂ।
ਇੱਕ ਸਾਡੇ ਐਕਸਪੈਂਡੀਚਰ ਅਬਜ਼ਰਵਰ ਆਏ ਹੈਗੇ ਨੇ ਜੈਪੁਰ ਤੋਂ, ਇੱਕ ਸਾਡੇ ਐਕਸਪੈਂਡੀਚਰ ਅਬਜ਼ਰਵਰ ਆਏ ਨੇ ਅਹਿਮਦਾਬਾਦ ਤੋਂ, ਟੋਟਲ 5 ਅਬਜ਼ਰਵਰ ਨੇ। ਉਹ ਦੇਖੋ ਡਿਊਰਿੰਗ ਦਾ ਇਲੈਕਸ਼ਨ ਰਹਿਣਗੇ, ਕੱਲ ਦੇ ਆ ਗਏ ਨੇ ਹੁਣ ਇੱਥੇ। ਅਸੀਂ ਉਹਨਾਂ ਲਈ ਅਰੇਂਜਮੈਂਟ ਕੀਤਾ ਹੈ ਸਟੇ ਦਾ, ਉਹ ਆਪਣੇ ਘਰਾਂ ਤੋਂ ਦੂਰ ਤੁਹਾਡੇ ਵਾਸਤੇ ਆਏ ਨੇ ਕਿ ਤੁਹਾਡਾ ਇਲੈਕਸ਼ਨ ਪ੍ਰੋਪਰਲੀ ਹੋ ਜਾਵੇ। ਤੇ ਉਹਨਾਂ ਦੇ ਉੱਤੇ ਜਿਹੜਾ ਅਸੀਂ ਉਹਨਾਂ ਦੇ ਨਾਲ ਆਫੀਸਰਸ ਲਗਾਏ ਨੇ ਉਹ ਅਲੱਗ ਸਟਾਫ ਹੈਗਾ। ਉਸ ਤੋਂ ਇਲਾਵਾ ਸਾਡਾ ਆਪਣਾ ਆਫਿਸ ਦਾ ਸਟਾਫ ਕਿੰਨੇ ਦੇਰ ਤੋਂ ਤੁਹਾਡੇ ਵਾਸਤੇ ਲੱਗਿਆ ਹੋਇਆ ਕਿ ਤੁਹਾਡੀ ਜਦੋਂ ਤੁਸੀਂ ਬੂਥ ਤੇ ਪਹੁੰਚੋ ਉੱਥੋਂ ਪ੍ਰੋਪਰ ਅਰੇਂਜਮੈਂਟ ਹੋਵੇ, ਉੱਥੇ ਪ੍ਰੋਪਰ ਸਾਡੀਆਂ ਸਹੂਲਤਾਂ ਹੋਣ। ਤੇ ਮੈਂ ਮਤਲਬ ਤੁਸੀਂ ਤੁਹਾਡੇ ਲਈ ਮਾਣ ਦੀ ਗੱਲ ਹੈ ਕਿ ਤੁਸੀਂ ਇੱਕ ਸਜੇ ਸਜਾਏ ਬੂਥ ਦੇ ਉੱਤੇ ਆਉਣਾ ਹੈ। ਤੁਹਾਡੇ ਕੋਲ ਇੱਕ ਮੌਕਾ ਹੈਗਾ ਕਿ ਤੁਸੀਂ ਆਪਣੇ ਕੈਂਡੀਡੇਟ ਨੂੰ ਚੂਜ਼ ਕਰਨਾ ਹੈ। ਹਰ ਆਫੀਸਰ, ਹਰ ਇਲੈਕਸ਼ਨ ਕਮਿਸ਼ਨ ਆਫ ECI ਜਿਹੜਾ ਹੈਗਾ ਤੁਹਾਡੇ ਵਾਸਤੇ ਸਾਨੂੰ ਪ੍ਰਪੇਅਰ ਕਰ ਰਿਹਾ। ਲਗਭਗ ਸਾਡੀ ਡੇਲੀ BC ਹੁੰਦੀ ਹੈ, ਉਹਦੇ ਵਿੱਚ ਡੇਲੀ ਰਿਵਿਊ ਕੀਤਾ ਜਾਂਦਾ ਹੈ। ਤੇ ਤੁਸੀਂ ਸਮਝ ਸਕਦੇ ਹੋ ਕਿ ਇਹ ਕਿੰਨਾ ਲੰਬਾ ਚੌੜਾ ਪ੍ਰੋਸੈਸ ਹੈ। ਅਸੀਂ ਤੁਹਾਨੂੰ ਵੀ ਬੁਲਾਉਂਦੇ ਹਾਂ, ਤੁਹਾਡੇ ਥਰੂ ਵੀ ਲੋਕਾਂ ਤੱਕ ਪਹੁੰਚ ਕਰਦੇ ਹਾਂ। ਤੁਸੀਂ ਵੀ ਸਾਡੀ ਟੀਮ ਦਾ ਹਿੱਸਾ ਹੋ, ਸਾਡੇ DPRO ਸਾਹਿਬ ਨੇ ਜਾਂ ਸਾਡੇ ਆਫੀਸਰ ਨੇ। ਤੇ ਇਹ ਕਿਹਦੇ ਵਾਸਤੇ ਹੋ ਰਿਹਾ ਹੈ? ਵੋਟਰਾਂ ਵਾਸਤੇ ਹੋ ਰਿਹਾ ਹੈ। ਇੰਨਾ ਐਟ ਏ ਟਾਈਮ, ਇਟ ਮੀਨਸ ਕਿ ਜਦੋਂ ਤੁਸੀਂ ਵੋਟ ਪਾਉਣ ਜਾਣੀ ਹੈ ਤੇ ਤੁਹਾਡੇ ਪਿੱਛੇ ਜਿਹੜਾ ਹੈਗਾ ਕੁੱਲ ਮਿਲਾ ਕੇ ECI ਦਾ ਸਟਾਫ, ਸਟੇਟ ਇਲੈਕਸ਼ਨ ਕਮਿਸ਼ਨ ਦਾ ਸਟਾਫ, ਸਾਡਾ ਆਪਣਾ ਸਟਾਫ। ਇਟ ਮੀਨਸ ਕਿ ਤੁਸੀਂ ਤੁਹਾਡੀ ਵੋਟ ਨੂੰ ਪਵਾਉਣ ਵਾਸਤੇ ਐਟ ਏ ਟਾਈਮ ਲਗਭਗ 15,000 ਬੰਦਾ ਤੁਹਾਡੇ ਮਗਰ ਲੱਗਿਆ ਹੋਇਆ ਹੈ। ਇੱਕ ਮਤਲਬ ਟੋਟਲ ਵੋਟਾਂ ਵਾਸਤੇ 15,000 ਬੰਦਾ ਸਟਾਫ ਜਿਹੜਾ ਹੈਗਾ ਐਟ ਏ ਟਾਈਮ ਕੰਮ ਕਰ ਰਿਹਾ ਹੈਗਾ ਤਾਂ ਕਿ ਹਰ ਵੋਟਰ ਆ ਕੇ ਆਪਣੇ ਬੂਥਾਂ ਦੇ ਉੱਤੇ ਵੋਟ ਪਾ ਸਕੇ। ਤੇ ਫਿਰ ਵੀ ਜੇ ਅਸੀਂ ਆਪਣੇ ਘਰਾਂ ਤੋਂ ਨਹੀਂ ਨਿਕਲਦੇ ਔਰ ਬੂਥ ਤੱਕ ਨਹੀਂ ਆਉਂਦੇ, ਆਪਣੀ ਵੋਟ ਦਾ ਅਧਿਕਾਰ ਨਹੀਂ ਇਸਤੇਮਾਲ ਕਰਦੇ, ਤੇ ਫਿਰ ਇਹ ਕਿਤੇ ਨਾ ਕਿਤੇ ਸਾਡੀ ਹੀ ਕਮੀ ਹੈ ਕਿ ਅਸੀਂ ਆਪਣੀ ਇੱਕ ਜਿਹੜੀ ਸਾਡੀ ਜ਼ਿੰਮੇਵਾਰੀ ਹੈ, ਸਾਡੀ ਰਿਸਪੌਂਸਿਬਿਲਟੀ ਹੈ, ਜਾਂ ਸਾਨੂੰ ਜ਼ਿੰਮੇਵਾਰੀ ਸੰਵਿਧਾਨ ਨੇ ਇੱਕ ਜ਼ਿੰਮੇਵਾਰੀ ਵੀ ਦਿੱਤੀ ਹੈ ਤੇ ਸਾਨੂੰ ਹੱਕ ਵੀ ਦਿੱਤਾ, ਰਾਈਟ ਦਿੱਤਾ ਹੋਇਆ ਕਿ ਤੁਸੀਂ ਆਪਣੀ ਸਰਕਾਰ ਚੁਣੋ। ਫਿਰ ਜੇਕਰ ਸਾਡੇ ਬੂਥ ਉਸ ਦਿਨ 67% ਤੇ ਜਾਂ 70% ਤੇ ਵੀ ਰਹਿ ਜਾਂਦੇ ਨੇ ਤੇ ਇਹੋ ਕਿਤੇ ਨਾ ਕਿਤੇ ਅੱਗੇ ਜਾ ਕੇ ਤੁਹਾਡੇ ਲਈ ਵੀ ਅੱਛੀ ਗੱਲ ਨਹੀਂ ਹੈ ਔਰ ਸਾਡਾ ਵੀ ਫੇਲੀਅਰ ਸ਼ੋ ਕਰਦੇ ਨੇ ਕਿ ਸਾਡੀ ਇੰਨੀ ਮਿਹਨਤ ਜਿਹੜੀ ਕਾਮਯਾਬ ਨਹੀਂ ਹੋਈ ਹੈਗੀ। ਸੋ ਅਸੀਂ ਤੁਹਾਨੂੰ ਸਭ ਨੂੰ ਹੀ ਅਪੀਲ ਕਰਦੇ ਹੈਗੇ ਹਾਂ ਕਿ ਵੋਟਾਂ ਦੇ ਦਿਨ ਵਾਲੇ ਦਿਨ, ਇਹ ਸਪੈਸ਼ਲੀ ਸਿਰਫ ਮੈਂ ਅਵੇਅਰਨੈਸ ਵਾਸਤੇ ਕਰ ਰਹੀ ਹਾਂ ਕਿ ਲੋਕ ਵੋਟਾਂ ਪਾਉਣ। ਇਸ ਤੋਂ ਇਲਾਵਾ ਜਿਹੜੀ ਡਿਟੇਲ ਹੈਗੀ ਇਲੈਕਸ਼ਨ ਦੀ ਉਹਦੇ ਬਾਰੇ ਮੈਂ ਅਲੱਗ ਤੋਂ ਤੁਹਾਨੂੰ ਦੱਸੂਗੀ। ਤੁਸੀਂ ਸਾਡੇ ਵੋਟਰ ਹੋ, ਸਾਡੇ ਸਮਾਜ ਦਾ ਹਿੱਸਾ ਹੋ, ਸੁਸਾਇਟੀ ਹੋ। ਤੁਸੀਂ ਹੀ ਇਹ ਤੁਹਾਡੇ ਰਾਈਟ ਨੂੰ ਚੰਗੀ ਤਰ੍ਹਾਂ ਕਰਨ ਵਾਸਤੇ, ਤੁਹਾਡੇ ਰਾਈਟ ਨੂੰ ਪਵਾਉਣ ਵਾਸਤੇ, ਤੁਹਾਡਾ ਹੱਕ ਤੁਸੀਂ ਇਸਤੇਮਾਲ ਕਰ ਸਕੋ, ਇਸ ਲਈ ਸਾਰੀਆਂ ਤਿਆਰੀਆਂ ਹੋ ਰਹੀਆਂ ਨੇ। ਇਹ ਮੈਂ ਜਿਹੜਾ ਤੁਹਾਨੂੰ ਸੰਬੋਧਿਤ ਵੀ ਕਰ ਰਹੀ ਹਾਂ ਇਹ ਵੀ ਇਸੇ ਕਰਕੇ ਕਰ ਰਹੀ ਹਾਂ ਕਿ ਤੁਸੀਂ ਆਵੋ ਆਪਣੇ ਬੂਥ ਦੇ ਉੱਤੇ, ਵੋਟ ਪਾਵੋ। ਸਾਡਾ ਸਾਰਾ ਅਮਲਾ, ਸਾਡਾ ਸਾਰਾ ਸਟਾਫ, ਇਲੈਕਸ਼ਨ ਕਮਿਸ਼ਨ, ECI ਆਫ ਇੰਡੀਆ, ਸਾਡਾ ਪੰਜਾਬ CO ਸਾਹਿਬ ਡੇਲੀ ਹੀ ਇਜ਼ ਵਰਕਿੰਗ ਲਾਈਕ, ਮਤਲਬ ਰਾਤ ਦੇ 2-2 ਵਜੇ ਤੱਕ ਵੀ ਸਾਨੂੰ ਫੋਨ ਆਉਂਦੇ ਨੇ। ਸਾਰੇ ਹੀ ਜਿੰਨੇ ਸਾਡੇ ਜ਼ਿਲ੍ਹੇ ਦੇ DO ਸਾਹਿਬਾਨ ਨੇ, ਸਾਡੇ ਆਫਿਸਰ ਸਾਹਿਬ ਨੇ, ਸਾਰੇ ਦੇ ਸਾਰੇ ਹੀ ਇਸ ਕੰਮ 'ਚ ਲੱਗੇ ਹੋਏ ਨੇ। 20 ਤਰੀਕ ਨੂੰ ਵੋਟਾਂ ਪੈਣੀਆਂ ਨੇ। ਤੁਹਾਨੂੰ ਅਸੀਂ ਸਾਰੀ ਅਪੀਲ ਕਰਦੇ ਹਾਂ, ਸਾਰਾ ਪ੍ਰਸ਼ਾਸਨ, ਕਿ ਜਦੋਂ ਹੁਣ ਮੈਂ ਤੁਹਾਨੂੰ ਇੰਨਾ ਡਿਟੇਲ ਦੇ ਵਿੱਚ ਦੱਸ ਦਿੱਤਾ ਹੈ ਕਿ ਤੁਹਾਡੇ ਇੱਕ ਵੋਟ ਪਾਉਣ ਵਾਸਤੇ ਸਾਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਸਾਰੇ ਆਫਿਸਰਸ ਨੂੰ, ਤੁਸੀਂ ਵੋਟ ਪਾਉਣ ਵਾਸਤੇ ਜ਼ਰੂਰ ਆਵੋ। ਇਨਫੈਕਟ ਜੇ ਤੁਸੀਂ ਸਾਡੀ ਅਪੀਲ ਦੇ ਉੱਤੇ ਆਵੋਗੇ, ਅਸੀਂ ਉਸ ਦੇ ਵਾਸਤੇ ਵੀ ਤੁਹਾਡੇ ਧੰਨਵਾਦੀ ਹੈਗੇ ਹਾਂ ਕਿ ਤੁਸੀਂ ਆ ਕੇ ਆਪਣਾ ਟਾਈਮ ਕੱਢਿਆ। ਸੋ ਉਹਦੇ ਵਾਸਤੇ ਵੀ ਤੁਹਾਡਾ ਅਸੀਂ ਥੈਂਕ ਯੂ ਹੀ ਕਰਾਂਗੇ। ਅਸੀਂ ਤੁਹਾਡਾ ਬੂਥ ਦੇ ਉੱਤੇ ਸਵਾਗਤ ਕਰਾਂਗੇ। ਇਨਫੈਕਟ ਅਸੀਂ ਤੁਹਾਡੇ ਵਾਸਤੇ ਕੋਵਿਡ ਦੀਆਂ ਗਾਈਡਲਾਈਨਸ ਨੂੰ ਦੇਖਦੇ ਹੋਏ ਹਰ ਬੂਥ ਦੇ ਉੱਤੇ ECI ਇੰਨੀ ਜ਼ਿਆਦਾ ਕੰਸਰਨਡ ਹੈਗੀ ਆਪਣੇ ਵੋਟਰਸ ਵਾਸਤੇ ਕਿ ਉਸ ਦਿਨ ਤੁਹਾਡੇ ਵਾਸਤੇ ਪ੍ਰੋਪਰ ਸੁਵਿਧਾ ਹੋਣਗੀਆਂ। ਕੋਵਿਡ ਦੇ ਵਾਸਤੇ ਜੋ ਵੀ ਸਹੂਲਤਾਂ ਤੁਹਾਨੂੰ ਚਾਹੀਦੀਆਂ ਨੇ, ਜੇ ਕੋਈ ਬੰਦਾ ਘਰੋਂ ਮਾਸਕ ਪਾਉਣਾ ਭੁੱਲ ਜਾਂਦਾ, ਅਸੀਂ ਉਹਦੇ ਲਈ ਮਾਸਕ ਰੱਖ ਰਹੇ ਹਾਂ। ਅਸੀਂ ਹਰ ਬੂਥ ਦੇ ਉੱਤੇ ਜਿਹੜਾ ਹੈਗਾ ਸੈਨੀਟਾਈਜ਼ਰ ਰੱਖ ਰਹੇ ਹਾਂ। ਸਾਡੇ ਭੈਣ ਭਰਾ ਜਿਨ੍ਹਾਂ ਨੂੰ ਕੋਈ ਚੱਲਣ ਫਿਰਨ 'ਚ ਦਿੱਕਤ ਆ ਰਹੀ ਹੈ, ਅਸੀਂ ਉਹਨਾਂ ਵਾਸਤੇ ਦੇਖੋ ਵੀਲ ਚੇਅਰ ਦਾ ਪ੍ਰਬੰਧ ਕਰ ਰਹੇ ਹਾਂ ਤੁਹਾਡੇ ਸਭ ਦੇ ਸਹਿਯੋਗ ਨਾਲ। ਕੁਛ ਅਸੀਂ ਆਪ ਅਰੇਂਜ ਕਰ ਰਹੇ ਹਾਂ, ਕੁਛ ਰੈੱਡ ਕਰਾਸ ਤੋਂ ਕਰ ਰਹੇ ਹਾਂ, ਕੁਛ NGOs ਨੂੰ ਲੈ ਰਹੇ ਹੈਗੇ। ਇੱਥੋਂ ਤੱਕ ਕਿ ਅਸੀਂ ਇਹੋ ਤੱਕ ਸੋਚਿਆ ਹੈਗਾ ਕਿ ਉਸ ਦਿਨ ਅਸੀਂ ਕੁਛ ਸਿਲੈਕਟਡ ਬੂਥ ਦੇ ਉੱਤੇ ਆਪਣੀਆਂ ਅਲੱਗ-ਅਲੱਗ ਟੀਮਸ ਬਣਾਵਾਂਗੇ ਜਿਹੜੀਆਂ ਘਰ ਘਰ ਜਾ ਕੇ ਜਿਹੜੇ ਸਾਡੇ ਵੋਟਰਸ ਹੈਗੇ ਨੇ ਉਹਨਾਂ ਨੂੰ ਲੈ ਕੇ ਆਉਣਗੇ ਨਾਲ, ਬਹੁਤ ਹੀ ਰਿਸਪੈਕਟ ਦੇ ਨਾਲ। ਇਸ ਤੋਂ ਇਲਾਵਾ ਜਿਹੜੇ ਸਾਡੇ 80 ਸਾਲ ਤੋਂ ਬਜ਼ੁਰਗ ਹੈਗੇ ਨੇ ਲੋਕ ਜਿਹੜੇ ਆਉਣਾ ਚਾਹੁੰਦੇ ਨੇ ਬੂਥ ਤੇ, ਅਸੀਂ ਉਹਨਾਂ ਵਾਸਤੇ ਸਪੈਸ਼ਲ ਗੱਡੀਆਂ ਦਾ ਵੀ ਅਰੇਂਜਮੈਂਟ ਕਰ ਰਹੇ ਹਾਂ ਕਿ ਤੁਸੀਂ ਆਵੋ, ਅਸੀਂ ਤੁਹਾਡੀ ਵੋਟ ਪਵਾਉਣੇ। ਉਹਨਾਂ ਵਾਸਤੇ ਅਸੀਂ ਸਹਿਯੋਗ ਕਰਨ ਵਾਸਤੇ ਨਾਲ ਅਸੀਂ ਆਪਣੇ NCC ਦੇ ਕੈਡੇਟਸ, NSS ਦੇ ਵਲੰਟੀਅਰਸ, NGOs ਔਰ ਸਾਡਾ ਕੋਈ ਸਪੈਸ਼ਲ ਜਿਹੜੇ ਸਿਲੈਕਟਡ ਸਟਾਫ ਹੈਗੇ ਉਹਨਾਂ ਨੂੰ ਵੀ ਲੈ ਕੇ ਜਾਵਾਂਗੇ।
ਤੇ ਹੁਣ ਦੇਖੋ ਤੁਹਾਡਾ ਸਿਰਫ ਇੰਨਾ ਹੀ ਕੰਮ ਹੈ ਕਿ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ, ਅਸੀਂ ਇੰਤਜ਼ਾਰ ਕਰਾਂਗੇ ਉਸ ਜਗ੍ਹਾ ਦੇ ਉੱਤੇ। ਤੁਸੀਂ ਸਾਡੀਆਂ ਤਿਆਰੀਆਂ ਜਿਹੜੀਆਂ ਸੀ ਤੁਹਾਡੀ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਬਰਾਤ ਦਾ ਇੰਤਜ਼ਾਰ ਕਰਦੇ ਹਾਂ, ਠੀਕ ਹੈ। ਤੁਸੀਂ ਸਾਡੇ ਬਰਾਤੀ ਹੋ, ਅਸੀਂ ਤੁਹਾਡਾ ਉਸ ਦਿਨ ਇੰਤਜ਼ਾਰ ਕਰਾਂਗੇ। ਔਰ ਅਸੀਂ ਸਮਝਦੇ ਹਾਂ ਕਿ ਜਿਹੜਾ ਸਾਡਾ ਫਾਜ਼ਿਲਕਾ ਜ਼ਿਲ੍ਹੇ ਦੇ ਜਿੰਨੇ ਵੀ ਬੂਥ ਹੈਗੇ ਉੱਥੇ 100% ਵੋਟਿੰਗ ਹੋਊਗੀ। ਚਲੋ ਜਿਹੜੇ ਕੋਈ ਲੋਕ ਬਾਹਰ ਗਏ ਨੇ ਜਾਂ ਅਵੇਲੇਬਲ ਨਹੀਂ ਹੈਗੇ, ਆਪਣੇ ਸ਼ਹਿਰਾਂ ਤੋਂ ਦੂਰ ਹੈਗੇ ਨੇ, ਅਸੀਂ ਤਾਂ ਉਹਨਾਂ ਨੂੰ ਵੀ ਅਪੀਲ ਕਰ ਰਹੇ ਹਾਂ, ਚਿੱਠੀ ਲਿਖ ਰਹੇ ਹੈਗੇ ਕਿ ਤੁਸੀਂ ਆ ਕੇ ਆਪਣੀ ਵੋਟ ਪਾਵੋ। ਮੈਂ ਤੁਹਾਨੂੰ ਵੀ ਸਭ ਨੂੰ ਸਹਿਯੋਗ ਦੀ ਅਪੀਲ ਕਰਨੀ ਹੈ। ਤੁਸੀਂ ਮੇਰੇ ਪ੍ਰੈਸ ਰਿਪੋਰਟਰ ਭੈਣ ਭਰਾ ਹੈਗੇ ਹੋ ਤੇ ਤੁਸੀਂ ਸਾਡੇ ਕੰਮ ਨੂੰ ਦੇਖ ਵੀ ਰਹੇ ਹੋ, ਬਿਹਤਰ ਸਮਝਦੇ ਵੀ ਹੋ। ਅਸੀਂ ਤੁਹਾਨੂੰ ਵੀ ਅਪੀਲ ਕਰਾਂਗੇ ਕਿ ਤੁਸੀਂ ਲੋਕਾਂ ਨੂੰ ਜਾ ਕੇ ਗਾਈਡ ਕਰੋ, ਉਸ ਦਿਨ ਸਾਡਾ ਸਾਥ ਦੇਵੋ, ਲੋਕਾਂ ਨੂੰ ਲੈ ਕੇ ਆਵੋ। ਤੇ ਜੇ ਸਾਡੇ ਜ਼ਿਲ੍ਹੇ ਦੇ ਵਿੱਚੋਂ ਅਸੀਂ ਆਪਣੇ ਟਾਰਗੇਟਸ ਨੂੰ ਪੂਰਾ ਕਰ ਸਕੀਏ ਤਾਂ ਇਹੋ ਹੀ ਸਾਡੀ ਸਫਲਤਾ ਹੋਵੇਗੀ, ਇਹੋ ਹੀ ਤੁਹਾਡਾ ਸਹਿਯੋਗ ਹੋਵੇਗਾ। ਅਸੀਂ ਤੁਹਾਡੇ ਤੋਂ ਹੋਰ ਕੁਛ ਨਹੀਂ ਚਾਹੁੰਦੇ, ਸਿਰਫ ਇਹੋ ਹੀ ਚਾਹੁੰਦੇ ਹਾਂ ਕਿ ਆਪਣੀ ਵੋਟ ਪਾਉਣ ਦੀ ਡਿਊਟੀ ਨੂੰ ਸਮਝੋ, ਆਪਣੀ ਜ਼ਿੰਮੇਵਾਰੀ ਨੂੰ ਸਮਝੋ। ਸੰਵਿਧਾਨ ਨੇ ਤੁਹਾਨੂੰ ਇੱਕ ਬਹੁਤ ਬਿਹਤਰ ਹੱਕ ਦਿੱਤਾ ਹੈ, ਅਸੀਂ ਇਹ ਤੁਹਾਨੂੰ ਦਿੰਦੇ ਹਾਂ। ਤੇ ਲੋਕ ਮੋਸਟਲੀ ਇਹ ਹੁੰਦਾ ਕਿ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਤੇ ਲੋਕ ਪਿੱਛੇ ਪਿੱਛੇ ਘੁੰਮਦੇ ਨੇ ਕਿ ਸਾਡਾ ਆਹ ਰਾਈਟ ਹੈ, ਸਾਨੂੰ ਆਹ ਮਿਲਣਾ ਚਾਹੀਦਾ। ਬਟ ਜਿਹੜਾ ਤੁਹਾਨੂੰ ਆਟੋਮੈਟਿਕਲੀ ਮਿਲ ਰਿਹਾ ਹੈ, ਲੋਕ ਤੁਹਾਡੇ ਮਗਰ ਘੁੰਮਦੇ ਨੇ। ਜਿਹੜੇ ਉਮੀਦਵਾਰ ਹੈ ਉਹ ਵੀ ਤੁਹਾਡੇ ਕੋਲ ਆਉਂਦੇ ਨੇ, ਅਸੀਂ ਵੀ ਤੁਹਾਡੇ ਕੋਲ ਆਉਂਦੇ ਹਾਂ। ਜਿਹੜਾ ਹੱਕ ਨੈਚੁਰਲੀ ਮਿਲਿਆ ਅਸੀਂ ਉਹਨੂੰ ਕਿਤੇ ਯੂਜ਼ ਨਹੀਂ ਕਰਦੇ ਜਾ ਕੇ। ਸੋ ਇਸ ਟੈਂਡੈਂਸੀ ਨੂੰ, ਇਸ ਮੈਂਟਲ ਲੋਕ ਨੂੰ ਸਾਨੂੰ ਖੋਲ੍ਹਣਾ ਚਾਹੀਦਾ ਹੈ ਔਰ ਬੂਥ ਦੇ ਉੱਤੇ ਆ ਕੇ ਆਪਣੀ ਵੋਟ ਪਾਉਣੀ ਚਾਹੀਦੀ ਹੈ। ਤੁਹਾਡੇ ਨੂੰ ਕੁਝ ਖਤਰਾ ਨਹੀਂ ਹੋਏਗਾ, ਤੁਹਾਡੇ ਲਈ ਸਿਕਿਉਰਿਟੀ ਦਾ ਪੂਰਾ ਅਰੇਂਜਮੈਂਟ ਹੈ, ਤੁਹਾਡੇ ਲਈ ਕੋਵਿਡ ਤੋਂ ਸਾਰਾ ਅਰੇਂਜਮੈਂਟ ਹੈ। ਤੋ ਅਸੀਂ ਸਾਰਾ ਪ੍ਰਸ਼ਾਸਨ ਤੁਹਾਡਾ ਹੈ, ਇੰਤਜ਼ਾਰ ਕਰਾਂਗੇ। ਥੈਂਕ ਯੂ ਵੈਰੀ ਮਚ।